ਜਿਹੜੇ ਕੈਨੇਡਾ ਰਹਿੰਦੇ ਨੇ ਉਹਨਾਂ ਦਾ ਹਰ ਇੱਕ ਦਾ ਸੁਪਨਾ ਹੁੰਦਾ ਕਿ ਉਹਨਾਂ ਦੇ ਸਿਰ ਦੇ ਉੱਪਰ ਆਪਣੀ ਛੱਤ ਹੋਵੇ, ਕਹਿਣ ਦਾ ਮਤਲਬ ਕਿ ਆਪਣਾ ਘਰ ਹੋਵੇ। ਪਰ ਅੱਜ ਮਹਿੰਗਾਈ ਦਾ ਦੌਰ ਆ, ਇੰਨੀ ਮਹਿੰਗਾਈ ਹੋ ਚੁੱਕੀ ਹੈ ਇਸ ਮੁਲਕ ਦੇ ਵਿੱਚ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਗੱਲਾਂ ਘਰ ਲੈਣਾ। ਇੱਕ ਮਿਡਲ ਕਲਾਸ ਫੈਮਿਲੀ, ਇੱਕ ਲੋਅਰ ਕਲਾਸ ਫੈਮਿਲੀ ਦੇ ਲਈ ਘਰ ਲੈਣਾ ਮੈਨੂੰ ਲੱਗਦਾ ਕਿ ਇੱਕ ਸੁਪਨਾ ਹੋ ਗਿਆ, ਕਿਉਂਕਿ ਕੈਨੇਡਾ ਪਿਛਲੇ ਸਾਲਾਂ ਦੇ ਮੁਕਾਬਲੇ ਅੱਜ ਦਾ ਜੋ ਦੌਰ ਆ ਉਹ ਬਦਲ ਚੁੱਕਿਆ, ਕਿਉਂਕਿ ਮਹਿੰਗਾਈ ਦੀ ਮਾਰ ਦੇ ਨਾਲ ਹਰ ਇੱਕ ਨੂੰ ਉਹਦੀ ਜਿਹੜੀ ਮਾਰ ਆ ਉਹ ਝੱਲਣੀ ਪੈ ਰਹੀ ਆ। ਚਾਹੇ ਕਿਸੇ ਵੀ ਫੀਲਡ ਦੇ ਵਿੱਚ ਮਹਿੰਗਾਈ ਲਾ ਲਈਏ, ਰੀਅਲ ਸਟੇਟ ਦੇ ਵਿੱਚ ਲਾ ਲਈਏ, ਗਰੋਸਰੀਆਂ ਦੇ ਵਿੱਚ ਲਾ ਲਓ, ਹੋਰ ਕਈ ਗੈਸ ਦੇ ਪ੍ਰਾਈਸ ਲਾ ਲਓ, ਅੱਜ ਹਰ ਚੀਜ਼ ਦਾ ਰੇਟ ਆ ਜਿਹੜਾ ਉਹ ਦੁੱਗਣਾ ਹੋ ਗਿਆ। ਘਰਾਂ ਦੇ ਸੰਬੰਧੀ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਕਿਵੇਂ ਤੁਸੀਂ ਘਰ ਲੈ ਸਕਦੇ ਹੋ। ਜੇ ਤੁਹਾਡੀ ਜੇਬ ਭਾਰ ਚੱਲਦੀ ਆ ਘਰ ਲੈਣ ਲਈ ਤਾਂ ਉਸ ਸੰਬੰਧੀ ਅੱਜ ਆਪਾਂ ਚਰਚਾ ਕਰਨੀ ਆ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ, ਤੁਹਾਡੇ ਨੌਲੇਜ ਦੀਆਂ ਗੱਲਾਂ ਨੇ। ਸੋ ਮੇਰੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਤਿਆਰ ਨੇ ਮਨਦੀਪ ਬਸਰਾ ਜੀ ਨੇ, ਜੋ ਕਿ ਕਾਫੀ ਸਮੇਂ ਤੋਂ ਓਟਵਾ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਕੰਮ ਕਰ ਰਹੇ ਨੇ। ਬਸਰਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਟਾਕ ਵਿਦ ਸਮਾਗ ਦੇ ਵਿੱਚ ਤੁਹਾਡਾ ਸਵਾਗਤ ਹੈ। ਕੀ ਹਾਲ ਚਾਲ ਨੇ? ਵਧੀਆ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਤੁਸੀਂ ਸਾਡੇ ਆਫਿਸ ਆਏ, ਮੋਸਟ ਵੈਲਕਮ। ਤੇ ਚਲੋ ਹਾਂਜੀ, ਆਪਾਂ ਡਿਸਕਸ਼ਨ ਕਰਦੇ ਹਾਂ ਆਪਾਂ ਰੀਅਲ ਸਟੇਟ ਦੀ ਅੱਜ। ਥੈਂਕ ਯੂ ਸੋ ਮਚ। ਬਸਰਾ ਸਾਹਿਬ, ਗੱਲਾਂ ਬਾਤਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਜ਼ਰੂਰ ਜਾਣਨਾ ਚਾਹੁੰਦਾ, ਕਿਉਂਕਿ ਜਿਹੜੇ ਲੋਕਾਂ ਨੇ ਤੁਹਾਡੇ ਤੋਂ ਕੋਈ ਸਰਵਿਸ ਲੈਣੀ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਜ਼ਿੰਦਗੀ ਦੇ ਬਾਰੇ, ਕਿ ਕਦੋਂ ਤੁਸੀਂ ਕੈਨੇਡਾ ਆਏ ਔਰ ਕੀ ਕਾਰਨ ਹੈ ਤੁਹਾਨੂੰ ਇਹ ਫੀਲਡ ਹੈ ਜਿਹੜੀ ਉਹ ਜੁਆਇਨ ਕਰਨੀ ਪਈ। ਹਾਂਜੀ ਸ਼ੋਰ। ਅਸੀਂ 13 ਸਾਲ ਪਹਿਲਾਂ ਕੈਨੇਡਾ ਆਏ ਸੀ ਤੇ ਇੰਡੀਆ ਅਸੀਂ ਫਗਵਾੜਾ ਪੰਜਾਬ ਨੂੰ ਬਿਲੋਂਗ ਕਰਦੇ ਹਾਂ। ਤੇ ਇੱਥੇ ਮੈਂ ਫੈਮਿਲੀ ਨਾਲ ਆਇਆ ਸੀ, ਪੇਰੈਂਟਸ ਦੇ ਨਾਲ, ਕਿਉਂਕਿ ਉਦੋਂ ਮੈਂ ਸਟੂਡੈਂਟ ਹੁੰਦਾ ਸੀ। ਤੇ ਫਾਦਰ ਸਾਹਿਬ ਮੇਰੇ ਇੰਡੀਆ ਦੇ ਵਿੱਚ ਬੈਂਕ ਦੇ ਵਿੱਚ ਕੰਮ ਕਰਦੇ ਸੀ ਤੇ ਇੱਥੇ ਆ ਕੇ ਉਹ ਕੁਝ ਸਿਮਿਲਰ ਫੀਲਡ 'ਚ ਜਾਣਾ ਚਾਹੁੰਦੇ ਸੀ। ਰੀਅਲ ਸਟੇਟ 'ਚ ਇੰਟਰਸਟ ਕਾਫੀ ਸੀ, ਤਾਂ 8 ਸਾਲ ਪਹਿਲਾਂ ਉਹ ਇਹ ਫੀਲਡ 'ਚ ਆਏ ਪਹਿਲਾਂ, ਤੇ ਮੈਂ ਉਹਨਾਂ ਦੀ ਫਿਰ ਬੈਕ ਐਂਡ 'ਤੇ ਹੈਲਪ ਕਰਦਾ ਹੁੰਦਾ ਸੀ ਨਾ। ਤੇ ਨਾਲ ਮੇਰੀ ਆਪਣੀ ਜੌਬ ਸੀ IT ਦੇ ਵਿੱਚ, ਤੇ ਕਰਦੇ ਕਰਦੇ ਫਿਰ ਨੌਲੇਜ ਵੀ ਵੱਧਦੀ ਗਈ, ਇੰਟਰਸਟ ਵੀ ਵੱਧਦਾ ਗਿਆ। ਤੇ ਫਿਰ ਮੇਰਾ ਹੋਇਆ ਕਿ ਵੀ ਮੈਂ ਇੱਧਰ ਫੁੱਲ ਟਾਈਮ ਹੀ ਆਉਣਾ ਇਸੇ ਬਿਜ਼ਨਸ 'ਚ। ਤੇ ਫਿਰ 4 ਸਾਲ ਹੋ ਗਏ ਮੈਂ ਆਪਣਾ ਲਾਇਸੈਂਸ ਲਿਆ ਸੀ, ਤੇ ਹੁਣ ਅਸੀਂ ਐਜ਼ ਅ ਫਾਦਰ ਸਨ ਟੀਮ ਓਟਵਾ 'ਚ ਕੰਮ ਕਰਦੇ ਹਾਂ ਇਕੱਠੇ। ਤੇ ਰਾਇਲ ਸਟਾਰ ਰੀਅਲਟੀ ਦੇ ਆਫਿਸ ਅਸੀਂ ਕੰਮ ਕਰਦੇ ਹਾਂ, ਇਹ ਵਾਲੀ ਬ੍ਰਾਂਚ ਇੱਥੇ ਅਸੀਂ ਬੈਠੇ ਹਾਂ। ਇਸ ਬ੍ਰਾਂਚ ਦਾ ਮੈਂ ਮੈਨੇਜਰ ਵੀ ਹਾਂ, ਤੇ ਲੋਕਲ ਅਸੀਂ ਓਟਵਾ ਤੇ ਸਰਾਊਂਡਿੰਗ ਟਾਊਨਸ ਦੇ ਵਿੱਚ ਆਪਾਂ ਸਰਵਿਸ ਆਪਣੀ ਪ੍ਰੋਵਾਈਡ ਕਰੀਦੀ ਆ। ਓਕੇ, ਥੈਂਕ ਯੂ। ਮਨਦੀਪ ਜੀ, ਦੇਖਿਆ ਗਿਆ ਕਿ ਮਹਿੰਗਾਈ ਅੱਜ ਹਰ ਇੱਕ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਆ। ਹਰ ਇੱਕ ਸਟ੍ਰੈਸ ਦੇ ਵਿੱਚ ਆ, ਮੈਂਟਲੀ ਸਟ੍ਰੈਸ ਆ ਕਿ ਕੀ ਹੋਊਗਾ ਅੱਗੇ ਜਾ ਕੇ। ਹਰ ਚੀਜ਼ ਤੇ ਮਹਿੰਗਾਈ, ਹਰ ਚੀਜ਼ ਦੇ ਰੇਟ ਦੁੱਗਣੇ ਹੋ ਗਏ। ਕੀ ਲੱਗਦਾ ਕਿ ਹਾਊਸ ਮਾਰਕੀਟ ਹੈ ਜਿਹੜੀ, ਘਰਾਂ ਦੀ ਮਾਰਕੀਟ ਹੈ ਜਿਹੜੀ ਅੱਜ ਦਿਨੋਂ ਦਿਨ ਵੱਧ ਰਹੀ ਹੈ, ਕੀ ਲੱਗਦਾ ਤੁਹਾਨੂੰ ਥੱਲੇ ਆ ਸਕਦੀ ਹੈ? ਦੇਖੋ ਜੀ, ਰਾਈਟ ਨਾਲ ਆਪਾਂ ਜੇ ਗੱਲ ਕਰੀਏ, ਹੁਣ ਆਪਾਂ ਜੁਲਾਈ ਸਟਾਰਟ ਹੋਇਆ 2022 ਦਾ, ਤੇ ਮਾਰਕੀਟ ਥੋੜੀ ਥੱਲੇ ਤਾਂ ਆਈ ਆ। ਆਪਾਂ ਹੁਣ ਪਿਛਲੇ ਕੁਝ ਮਹੀਨਿਆਂ ਨਾਲ ਗੱਲ ਕਰੀਏ, ਫੈਬਰੀ ਮਾਰਚ ਨਾਲ ਕੰਪੇਅਰ ਕਰੀਏ, ਆਪਾਂ ਆਲਰੇਡੀ ਮਾਰਕੀਟ ਉਸ ਸਟੇਸ਼ਨ ਬੈਠੇ ਹਾਂ ਕਿ ਆਪਾਂ ਥੱਲੇ ਲਿਆ ਚੁੱਕੇ ਹਾਂ ਉਹਨੂੰ, ਹੈ ਨਾ। ਤੇ ਇਹ ਡਿਮਾਂਡ ਐਂਡ ਸਪਲਾਈ ਦੀ ਗੇਮ ਆ, ਤੇ ਬਹੁਤ ਹੀ ਲੰਬੀ ਟਾਈਮ ਡਾਊਨ ਨਹੀਂ ਰਹਿਣੀ, ਕਿਉਂਕਿ ਕੈਨੇਡਾ 'ਚ ਇਮੀਗ੍ਰੇਸ਼ਨ ਹੁੰਦੀ ਰਹਿੰਦੀ। ਕੈਨੇਡਾ ਇਮੀਗ੍ਰੇਸ਼ਨ ਦੇ ਸਹਾਰੇ ਚੱਲਦਾ ਆ, ਤੇ ਘਰ ਲੈਣਾ ਹਰ ਇੱਕ ਇਮੀਗ੍ਰੈਂਟ ਦਾ ਗੋਲ ਹੁੰਦਾ ਆ ਵੀ ਕਿਸੇ ਟਾਈਮ 'ਤੇ ਜਾ ਕੇ ਆਪਾਂ ਆਪਣਾ ਘਰ ਲਵਾਂਗੇ। ਤੇ ਲੌਂਗ ਰਨ ਦੇ ਵਿੱਚ ਤਾਂ ਗਰੋਥ ਹੀ ਹੁੰਦੀ ਹੈ, ਬਾਕੀ ਹੁੰਦਾ ਕਿ ਮਾਰਕੀਟ 'ਚ ਇਕੋਨਮੀ ਦੇ ਹਿਸਾਬ ਨਾਲ ਜਾਂ ਡਿਮਾਂਡ ਸਪਲਾਈ ਦੇ ਹਿਸਾਬ ਨਾਲ ਉੱਪਰ ਥੱਲੇ ਹੁੰਦਾ ਹੀ ਰਹਿੰਦਾ ਆ। ਠੀਕ ਹੈ ਜੀ। ਜੇ ਅੱਜ ਆਪਾਂ ਗੱਲ ਕਰੀਏ ਹਾਊਸ ਮਾਰਕੀਟ ਦੇ ਵਿੱਚ ਹਰ ਕੋਈ ਘਰ ਖਰੀਦ ਰਿਹਾ, ਇਨਵੈਸਟ ਕਰ ਰਿਹਾ, ਕੀ ਲੱਗਦਾ ਕਿ ਤੁਹਾਨੂੰ ਇਹ ਕਿੰਨਾ ਕੁ ਸਹੀ ਆ ਕਿ ਆਉਣ ਵਾਲੇ ਉਹ ਫਿਊਚਰ ਦੇ ਵਿੱਚ ਉਹਨਾਂ ਲਈ ਕੀ ਉਹ ਰਿਸਕ ਲੈ ਰਹੇ ਨੇ, ਜਾਂ ਫਿਰ ਸਹੀ ਉਹਨਾਂ ਦੇ ਲਈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹ ਮਾਰਕੀਟ ਆ ਹੋਰ ਅੱਪ ਜਾਏਗੀ? ਦੇਖੋ, ਲੌਂਗ ਰਨ 'ਚ ਤਾਂ ਉੱਪਰ ਜਾਂਦੀ ਆ, ਤੇ ਜੇ ਕੋਈ ਆਪਣੇ ਰਹਿਣ ਲਈ ਕਰ ਲੈ ਰਿਹਾ, ਆਪਣੀ ਪ੍ਰਾਇਮਰੀ ਰੈਜ਼ੀਡੈਂਸ ਲਈ ਕਰ ਲੈ ਰਿਹਾ, ਫਿਰ ਤਾਂ ਠੀਕ ਆ, ਕਿ ਉਹ ਹਰ ਇੱਕ ਨੂੰ ਚਾਹੀਦਾ, ਕਿਉਂਕਿ ਰੈਂਟ ਵੀ ਹੁਣ ਘੱਟ ਨਹੀਂ ਰਹੇ ਇੱਥੇ, ਰੈਂਟ ਵੀ ਬਹੁਤ ਵੱਧ ਚੁੱਕੇ ਹੁਣ ਹਰ ਜਗ੍ਹਾ। ਤੇ ਆਪਣਾ ਘਰ ਤਾਂ ਚਾਹੀਦਾ ਹਰ ਇੱਕ ਨੂੰ, ਉਹ ਲੈਣਾ ਤਾਂ ਠੀਕ ਆਈਡੀਆ। ਜਦੋਂ ਬੰਦੇ ਨੂੰ ਪਤਾ ਕਿ ਮੇਰੀ ਪੋਕਟ ਅਲਾਉ ਕਰਦੀ ਆ, ਫਿਰ ਲੈ ਲਓ। ਪਰ ਤੁਸੀਂ ਜਦੋਂ ਇਨਵੈਸਟਮੈਂਟ ਵਾਲੇ ਮੋਡ 'ਤੇ ਚੱਲ ਜਾਂਦੇ ਆ, ਫਿਰ ਤੁਹਾਨੂੰ ਬਹੁਤ ਕੁਝ ਦੇਖਣਾ ਪੈਂਦਾ ਵਾ, ਆਪਣਾ ਬਜਟ, ਆਪਣਾ ਲੌਂਗ ਟਰਮ ਪਲਾਨ, ਫੈਮਿਲੀ ਦਾ, ਬੱਚਿਆਂ ਦੇ ਖਰਚੇ, ਹੋਰ ਕਈ ਕੁਝ ਆ ਜਾਂਦਾ, ਉਹ ਦੇਖ ਕੇ ਹੀ ਇਨਵੈਸਟਮੈਂਟ ਕਰਨੀ ਚਾਹੀਦੀ ਫਿਰ। ਓਕੇ, ਸੋ ਸਪੋਜ਼ ਕਰੋ ਕਿ ਅਸੀਂ ਘਰ ਲੈਣਾ। ਹੁਣ ਕਈ ਲੋਕਾਂ ਨੂੰ, ਚਾਹੇ ਮੈਨੂੰ, ਉਸ ਚੀਜ਼ ਦੀ ਅਵੇਅਰ ਨਹੀਂ ਹੈਗੀ, ਸਾਨੂੰ ਨੌਲੇਜ ਨਹੀਂ ਹੈਗੀ ਕਿ ਤੁਸੀਂ ਇਸ ਫੀਲਡ ਦੇ ਵਿੱਚੋਂ, ਤੁਹਾਨੂੰ ਕਾਫੀ ਸਮਾਂ ਹੋ ਗਿਆ ਕੰਮ ਕਰਦੇ ਨੂੰ, ਠੀਕ ਆ। ਕੀ ਲੱਗਦਾ ਕਿ ਕਿਹੜੀਆਂ ਉਹ ਗੱਲਾਂ ਨੇ, ਇੱਕ ਫਸਟ ਹੋਮ ਬਾਇਰ ਜਿਹੜਾ ਹੁੰਦਾ ਉਹਨੂੰ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਉਹਨੂੰ ਗੱਲਾਂ ਮਾਈਂਡ ਦੇ ਵਿੱਚ ਰੱਖ ਕੇ ਚੱਲਣਾ ਚਾਹੀਦਾ ਕਿ ਮੈਨੂੰ ਆਹ ਚੀਜ਼ਾਂ ਦੇ ਲਈ ਮੈਂ ਪਹਿਲਾਂ ਪ੍ਰਪੇਅਰ ਹੋਵਾਂ, ਆਹ ਚੀਜ਼ਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ? ਕਿਹੜੀਆਂ ਉਹ ਗੱਲਾਂ ਉਹਨੂੰ ਮੇਨ ਦਿਮਾਗ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ? ਹਾਂਜੀ, ਦੇਖੋ, ਮੇਨ ਲੈਵਲ 'ਤੇ ਤਾਂ ਆਪਾਂ 2 ਗੱਲਾਂ ਲਈ ਪ੍ਰੀਪੇਅਰ ਕਰਦੇ ਹਾਂ ਘਰ ਲੈਣ ਲਈ। ਇੱਕ ਹੁੰਦਾ ਹੈ ਵੀ ਆਪਾਂ ਡਾਊਨ ਪੇਮੈਂਟ ਇਕੱਠੀ ਕਰਨੀ ਆ, ਹੈ ਨਾ। ਦੂਜਾ ਹੁੰਦਾ ਹੈ ਕਿ ਵੀ ਅਸੀਂ ਆਪਣਾ ਲੋਨ ਲੈਣਾ, ਮੌਰਗੇਜ ਲੈਣੀ ਹੈ ਬੈਂਕ ਤੋਂ, ਤੇ ਆਪਣਾ ਕ੍ਰੈਡਿਟ ਸਕੋਰ ਵਗੈਰਾ ਸਭ ਕੁਝ ਸਹੀ ਰੱਖਿਆ ਜਾਵੇ। ਤੇ ਕ੍ਰੈਡਿਟ ਸਹੀ ਕਰਨਾ ਤੁਸੀਂ, ਉਹ ਲੌਂਗ ਟਰਮ ਗੋਲ ਆ ਸਾਡਾ ਨਾ, ਕਿਉਂਕਿ ਆਪਾਂ ਹੁਣ ਕੈਨੇਡਾ 'ਚ ਮੰਨ ਲਓ ਨਵੇਂ ਆਏ ਆ, ਆਪਾਂ ਕਿਸ ਹਿਸਾਬ ਨਾਲ ਖਰਚੇ ਕਰਨੇ ਆ ਉਹ ਇੰਪੋਰਟੈਂਟ ਆ ਨਾ। ਇਹ ਨਾ ਹੋਵੇ ਤੁਸੀਂ ਵੀ 5-7 ਕ੍ਰੈਡਿਟ ਕਾਰਡ ਲੈ ਕੇ ਬੈਠੇ ਆ ਨਾ, ਤੁਸੀਂ ਲੇਟ ਬਿੱਲ ਪੇ ਕਰਦੇ ਆ, ਇਹ ਸਾਰੀ ਚੀਜ਼ਾਂ ਤੁਹਾਡੀਆਂ ਕ੍ਰੈਡਿਟ ਇੰਪੈਕਟ ਕਰਦੀਆਂ ਆ। ਕੱਲ੍ਹ ਨੂੰ ਤੁਸੀਂ ਜੋ ਬੈਂਕ ਤੋਂ ਲੈਣਾ ਉਹਨਾਂ ਨੇ ਤੁਹਾਡਾ ਸਭ ਤੋਂ ਪਹਿਲਾਂ ਕ੍ਰੈਡਿਟ ਸਕੋਰ ਹੀ ਦੇਖਣਾ ਆ,
ਸੈਲਰੀ ਉਹਨਾਂ ਦੇਖਣੀ ਹੈ, ਬਟ ਉਹਨਾਂ ਨੇ ਵੀ ਦੇਖਣਾ ਵੀ ਇਹ ਬੰਦੇ ਦੀ ਹਿਸਟਰੀ ਕਿਸ ਤਰ੍ਹਾਂ ਰਹੀ, ਵੀ ਇਹ ਕਿੰਨੀ ਜਲਦੀ ਲੋਨ ਆਪਣਾ ਵਾਪਸ ਕਰ ਦਿੰਦੇ, ਕਿੰਨੀ ਜਲਦੀ ਆਪਣੇ ਬਿੱਲ ਪੇ ਕਰ ਦਿੰਦੇ ਆ। ਮਤਲਬ ਬੈਂਕ ਦੇ ਨਾਲ ਜਿਹੜਾ ਸਾਡਾ ਵਤਾਰਾ ਉਹ ਚੰਗਾ ਹੋਣਾ ਚਾਹੀਦਾ ਹੈ ਤੇ ਜ਼ਿਆਦਾ ਕ੍ਰੈਡਿਟ ਕਾਰਡ ਵੀ ਤੁਹਾਡੇ ਅਨੁਸਾਰ ਲੈਣੇ ਚਾਹੀਦੇ, ਕਿਉਂਕਿ ਅੱਜ ਦੇਖਿਆ ਗਿਆ ਕਿ ਪ੍ਰਾਈਵੇਟ ਬੈਂਕ ਨੇ ਜਿਹੜੇ ਜਾਂ ਹੋਰ ਕਈ ਫਾਈਨਾਂਸ ਦੀਆਂ ਕੰਪਨੀਆਂ ਨੇ ਉਹ ਲੋਕਾਂ ਨੂੰ ਕਹਿ ਰਹੇ ਕਿ ਸਾਡੇ ਕ੍ਰੈਡਿਟ ਕਾਰਡ ਲਓ ਤੁਹਾਨੂੰ ਇੰਨਾ % ਅਸੀਂ ਕੈਸ਼ਬੈਕ ਦੇ, ਉਧਰ ਵੱਲ ਨਹੀਂ ਜਾਣਾ ਚਾਹੀਦਾ। ਨਹੀਂ ਇੰਨਾ ਕ੍ਰੈਡਿਟ ਕਾਰਡ ਹੋਵੇ ਕਿ ਆਪਾਂ ਉਹਨੂੰ ਯੂਜ਼ ਕਰੇ। ਤੁਸੀਂ ਕਈ ਹੁੰਦੇ ਬੰਦੇ ਉਹ ਕਹਿੰਦੇ ਜੀ ਅਸੀਂ ਕ੍ਰੈਡਿਟ ਕਾਰਡ ਲੈਣਾ ਹੀ ਨਹੀਂ, ਉਹ ਵੀ ਠੀਕ ਨਹੀਂ ਆ। ਤੁਸੀਂ ਚਾਹੁੰਦੇ ਕਿ ਕ੍ਰੈਡਿਟ ਕਾਰਡ ਲਓ, ਉਹਨੂੰ ਯੂਜ਼ ਕਰੋ ਤੇ ਉਹਦਾ ਬਿੱਲ ਪੇ ਕਰੀ ਚੱਲੋ, ਉਹਨੂੰ ਫੁੱਲ ਯੂਜ਼ ਨਾ ਕਰੋ। ਬੈਸਟ ਹੁੰਦਾ ਜਿਹੜੇ ਬੰਦੇ ਹੁੰਦੇ ਆ ਉਹ ਕੀ ਕਰਦੇ ਆ ਵੀ ਆਪਣਾ 50% ਯੂਜ਼ ਕਰਦੇ ਆ ਕ੍ਰੈਡਿਟ ਕਾਰਡ ਤੇ ਉਹਨੂੰ ਪੇ ਆਫ ਕਰ ਦਿੰਦੇ ਆ, ਫਿਰ ਦੁਬਾਰਾ ਯੂਜ਼ ਕਰਦੇ ਆ। ਥੋੜਾ ਯੂਜ਼ ਹੁੰਦਾ ਰਹੇ, ਬਟ ਇਹ ਵੀ ਨਾ ਹੋਵੇ ਕਿ ਆਪਾਂ ਵੀ 5-7 ਕਾਰਡ ਰੱਖ ਕੇ ਬੈਠੇ ਆ, ਉਹ ਫਿਰ ਨੈਗੇਟਿਵ ਇੰਪੈਕਟ ਵੀ ਕਰਦੇ ਆ। ਓਕੇ, ਜਿਵੇਂ ਤੁਸੀਂ ਗੱਲ ਕੀਤੀ ਸੀ ਆਪਣੇ ਉੱਪਰ ਜ਼ਿਆਦਾ ਕਿਸੇ ਚੀਜ਼ ਦਾ ਕਰਜ਼ਾ ਵੀ ਨਹੀਂ ਹੋਣਾ ਚਾਹੀਦਾ। ਕੋਈ ਗੱਡੀ ਆਪਾਂ ਮਹਿੰਗੀ ਲੈ ਰੱਖੀ ਆ 40-50 ਹਜ਼ਾਰ ਦੀ, ਉਹ ਸਾਨੂੰ ਘਰ ਲੈਣ ਤੋਂ ਪਹਿਲਾਂ ਸਾਨੂੰ ਪੇ ਆਫ ਕਰ ਦੇਣੀ ਚਾਹੀਦੀ ਜਾਂ ਫਿਰ ਉਹਦਾ ਕੋਈ ਐਡਾ ਜਦੋਂ ਤੁਹਾਡਾ ਘਰ ਲੈਣ ਦਾ ਟਾਈਮ ਆਉਂਦਾ ਤੁਸੀਂ ਬੈਂਕ ਵਾਲੇ ਨਾਲ ਬੈਠਦੇ ਆ, ਕਿਸੇ ਮੌਰਗੇਜ ਏਜੰਟ ਨਾਲ ਬੈਠਦੇ ਆ, ਉਹ ਦੱਸਦੇ ਤੁਹਾਨੂੰ ਵੀ ਤੁਹਾਡੇ ਗੱਡੀ ਦੇ ਕਰਕੇ ਇੰਨਾ ਇੰਪੈਕਟ ਆ ਰਿਹਾ ਨਾ, ਫਿਰ ਹੋ ਸਕਦਾ ਕੁਝ ਕੇਸ 'ਚ ਪੇ ਆਫ ਕਰਨੀ ਪੈ ਜਾਵੇ। ਬਟ ਕਈ ਵਾਰੀ ਹੁੰਦਾ ਕਿ ਆਪਾਂ ਜਿਹੜੀ ਰੇਂਜ ਦਾ ਘਰ ਲੈਣਾ ਸਾਨੂੰ ਵੈਸੇ ਅਸੀਂ ਅਫੋਰਡ ਕਰ ਸਕਦੇ ਹਾਂ ਤੇ ਲੋੜ ਵੀ ਨਹੀਂ ਪੈਂਦੀ, ਉਹ ਡਿਪੈਂਡ ਕਰਦਾ ਕੇਸ ਟੂ ਕੇਸ। ਬਟ ਇਹ ਹੈ ਕਿ ਵੀ ਖਰਚੇ ਉਸ ਹਿਸਾਬ ਨਹੀਂ ਕਰੋ ਕਿ ਸਾਡਾ ਅਸੀਂ ਘਰ ਲੈਣਾ ਮੇਨ ਗੋਲ ਆ, ਬਾਕੀ ਚੀਜ਼ਾਂ ਬਾਅਦ ਚ ਆ ਹੁਣੇ ਤੋਂ ਪੈਰ ਪਸਾਰਨੇ ਸ਼ੁਰੂ ਕਰੋ। ਤੁਹਾਡੀ ਗੱਲ ਸਹੀ ਹੈ, ਸ਼ੁਰੂ ਤੋਂ ਹੀ ਸਹੀ ਹੋਵੇ, ਕਿਉਂਕਿ ਘਰ ਇੱਕ ਬਹੁਤ ਵੱਡੀ ਪਰਚੇਜ਼ ਆ ਨਾ, ਆਪਾਂ ਬਹੁਤ ਵੱਡੀ ਲਾਇਬਿਲਿਟੀ ਚੱਕ ਰਹੇ ਹਾਂ ਤੇ ਬੈਂਕ ਨੇ ਦੇਖਣਾ ਵੀ ਅਸੀਂ ਇਹ ਪਹਿਲਾਂ ਹੀ ਕੋਈ ਵੱਡੀ ਲਾਇਬਿਲਿਟੀ ਆਲਰੇਡੀ ਨਾਮ ਤੇ ਹੈ ਸਾਡੇ, ਤੇ ਉਹ ਇੰਪੈਕਟ ਕਾਫੀ ਕਰਦੀ ਆ। ਬਸਰਾ ਸਾਹਿਬ, ਜੇ ਆਪਾਂ ਗੱਲ ਕਰੀਏ ਡਾਊਨ ਪੇਮੈਂਟ ਦੀ, ਇਹ ਕੰਪਲਸਰੀ ਆ, ਦੇਣੀ ਪਊਗੀ। ਹਾਂਜੀ, ਪਰ ਮੇਰਾ ਸਵਾਲ ਇੱਥੇ ਇਹ ਹੈ ਕਿ ਇੱਕ ਹੁੰਦਾ ਟੈਂਪਰੇਰੀ ਰੈਜ਼ੀਡੈਂਸ, ਜਿਹੜਾ ਇੱਥੇ ਕੱਚਾ ਹਜੇ ਪੱਕਾ ਨਹੀਂ ਹੈਗਾ, ਆਪਾਂ ਕਹਿ ਸਕਦੇ ਹਾਂ ਹਾਂਜੀ, ਕਿ ਉਹਦੇ ਲਈ ਕਿੰਨੀ ਹੋਊਗੀ, ਤੇ ਜਿਹੜਾ ਪਰਮਾਨੈਂਟ ਰੈਜ਼ੀਡੈਂਸ ਆ PR ਬੰਦਾ, ਉਹਦੇ ਲਈ ਕਿੰਨੀ ਹੈ, ਤੇ ਸਿਟੀਜ਼ਨ ਦੇ ਲਈ ਕਿੰਨੀ ਹੋਊਗੀ? ਇਹਦੇ ਬਾਰੇ ਸਾਨੂੰ ਥੋੜਾ ਜਿਹਾ ਜਿਹੜੀ ਕਨਫਿਊਜ਼ਨ ਉਹ ਸਾਨੂੰ ਦੂਰ ਕਰੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ PR ਵਾਲੇ ਲਈ ਜਾਂ ਸਿਟੀਜ਼ਨ ਲਈ, ਕਿਉਂਕਿ ਦੋਨਾਂ ਲਈ ਰੂਲ ਸੇਮ ਹੀ ਆ, ਕੋਈ ਡਿਫਰੈਂਸ ਨਹੀਂ ਆ। ਤੇ ਉਹ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਅਮਾਊਂਟ ਦਾ ਘਰ ਲੈ ਰਹੇ ਆ। ਜੇ ਆਪਣਾ ਘਰ ਹੈ 5 ਲੱਖ ਦਾ ਤੇ ਉਹਦਾ ਤੁਹਾਨੂੰ ਮਿਨੀਮਮ 5% ਦੇਣੀ ਪੈਂਦੀ ਡਾਊਨ ਪੇਮੈਂਟ, ਠੀਕ ਆ। ਤੇ ਜੇ ਆਪਣਾ ਘਰ ਹੈ 5 ਤੋਂ ਉੱਪਰ ਦਾ ਤੇ ਦੈਨ ਅਪ ਟੂ 5 ਲੱਖ ਤੁਹਾਡੇ 5% ਹੁੰਦੀ ਆ। ਉਸ ਤੋਂ ਬਾਅਦ ਜਿੰਨਾ ਗੈਪ ਆ ਗਿਆ ਉਹਦੀ 10%। ਹੁਣ 7 ਲੱਖ ਕਰੋਗੇ 6 ਲੱਖ 7 ਲੱਖ ਸਾਨੂੰ 10% ਦੇਣਾ ਪੈਣਾ। ਹਾਂਜੀ, ਉਹ 5 ਤੋਂ ਲੈ ਕੇ 7 ਤੱਕ ਜਿੰਨਾ ਗੈਪ ਆ, ਲੱਖ 2 ਲੱਖ ਦਾ, ਉਹ ਤੁਹਾਨੂੰ 10% ਦੇਣਾ ਪੈਣਾ ਆ। ਤੇ ਜੇ ਕੋਈ ਲੈ ਰਿਹਾ ਘਰ ਮਿਲੀਅਨ ਦਾ, ਹੁਣ ਕਾਫੀ ਹੁਣ ਇਸ ਤਰ੍ਹਾਂ ਦੇ ਏਰੀਆ ਕੈਨੇਡਾ 'ਚ ਹੋ ਗਏ ਜਿੱਥੇ ਮਿਲੀਅਨ ਬੜਾ ਕਾਮਨ ਜਿਹਾ ਨੰਬਰ ਹੁੰਦਾ ਜਾ ਰਿਹਾ। ਐਸ ਸੂਨ ਐਸ ਤੁਸੀਂ ਮਿਲੀਅਨ ਟੱਚ ਕੀਤਾ ਤੁਹਾਨੂੰ ਟੋਟਲ ਅਮਾਊਂਟ ਦਾ 20% ਦੇਣਾ ਪੈਣਾ। ਹੁਣ ਉਹ 5% 10% ਵਾਲੀ ਗੱਲ ਨਹੀਂ ਰਹੀ। ਹਾਂਜੀ, ਤੇ ਇਹ ਤਾਂ ਹੋ ਗਈ ਗੱਲ ਆਪਣੀ PR ਲਈ ਜਾਂ ਸਿਟੀਜ਼ਨ ਲਈ। ਹੁਣ ਜਦੋਂ ਗੱਲ ਆਉਂਦੀ ਹੈ ਵਰਕ ਪਰਮਿਟ ਵਾਲਿਆਂ ਲਈ, ਤੇ ਉਹਦੇ 'ਚ ਹੁੰਦਾ ਕਿ ਕੇਸ ਟੂ ਕੇਸ ਬੈਂਕ ਡਿਸਾਈਡ ਕਰਦੀ ਵੀ ਇਹਨਾਂ ਨੂੰ ਕਿੰਨੀ ਡਾਊਨ ਪੇਮੈਂਟ ਆਪਾਂ ਕਹਿਣੀ ਆ। ਬਾਈ ਡਿਫਾਲਟ ਤੋਂ 20% ਮੰਗਦੇ ਆ। ਕਈ ਵਾਰੀ ਮੈਂ ਇਹ ਦੇਖਿਆ ਕਿ ਜਿਨ੍ਹਾਂ ਦਾ ਹਲੇ ਪੁਰਾਣੀ ਹਿਸਟਰੀ ਨਹੀਂ ਹੁੰਦੀ, ਕ੍ਰੈਡਿਟ ਸਕੋਰ ਘੱਟ ਹੁੰਦਾ ਜਾਂ ਕੁਛ ਤਾਂ ਕਈ ਵਾਰੀ ਬੈਂਕ ਤੋਂ ਤੁਹਾਨੂੰ 35% ਵੀ ਮੰਗਣ ਲੱਗ ਜਾਂਦੀਆਂ ਆ। ਠੀਕ ਆ, ਬਟ ਆਮ ਤੌਰ ਤੇ ਮੈਂ ਦੇਖਿਆ ਜੇ ਬੰਦੇ ਦੀ ਜੌਬ ਵਧੀਆ ਤਾਂ 10 ਤੋਂ 20% ਦੇ ਵਿੱਚ ਕਾਫੀ ਵਾਰ ਬੈਂਕ ਕਨਵਿੰਸ ਹੋ ਜਾਂਦੀ ਆ, ਤੇ ਜਿਹੜਾ ਵਰਕ ਪਰਮਿਟ ਤੇ ਬੰਦਾ। ਬਟ ਹੁਣ ਕੁਝ ਚੇਂਜਸ ਇਹ ਆਏ ਆ ਕਿ ਆਟਵਾ ਦੇ ਵਿੱਚ ਪਹਿਲਾਂ ਕੋਈ ਨਾਨ ਰੈਜ਼ੀਡੈਂਟ ਲਈ ਕੋਈ ਟੈਕਸ ਨਹੀਂ ਸੀ। ਨਾਨ ਰੈਜ਼ੀਡੈਂਟ ਮੀਨਸ ਕਿ ਜਿਹੜਾ ਬੰਦਾ PR ਨਹੀਂ ਹੈ ਇੱਥੇ, ਵਰਕ ਪਰਮਿਟ ਵਾਲਾ ਹੋ ਗਿਆ, ਸਟੂਡੈਂਟ ਹੋ ਗਿਆ ਨਾ, ਹੁਣ ਉਹਦੇ ਟੈਕਸ ਲੱਗ ਗਿਆ ਇਸ ਸਾਲ। ਵਿਚ ਮੀਨਸ ਕਿ ਤੁਸੀਂ ਜਦੋਂ ਘਰ ਲੈ ਰਹੇ ਆ ਉਹਦਾ 20% ਤੁਹਾਨੂੰ ਇੱਕ ਟੈਕਸ ਦੇਣਾ ਪੈਣਾ, ਨਾਨ ਰੈਜ਼ੀਡੈਂਟ ਟੈਕਸ ਆਪਾਂ ਕਹਿੰਦੇ ਆ। ਉਹ 20% ਤੁਹਾਡੀ ਡਾਊਨ ਪੇਮੈਂਟ ਤੋਂ ਇਲਾਵਾ ਆ, ਸਾਰੀ ਅਮਾਉਂਟ ਦੇ ਉੱਪਰ ਲੱਗੂ 20%। ਉਹ ਬਹੁਤ ਵੱਡੀ ਅਮਾਊਂਟ ਹੈ। ਇਸ ਕਰਕੇ ਜੇ ਕੋਈ ਸੋਚਦਾ ਪਿਆ ਕਿ ਅਸੀਂ ਐਜ਼ ਅ ਵਰਕ ਪਰਮਿਟ ਹੋਲਡਰ ਕਰ ਲੈਣਾ ਆ ਤੇ ਤੁਹਾਨੂੰ ਇਹ 20% ਵੀ ਐਕਸਟਰਾ ਅਮਾਊਂਟ ਇਕੱਠੀ ਕਰਨੀ ਪੈਣੀ ਹੈ, ਜੋ ਕਿ ਬਹੁਤ ਵੱਡਾ ਚੰਕ। ਓਕੇ, ਕੀ ਲੱਗਦਾ ਕਿ ਤੁਹਾਨੂੰ ਜਿਹੜੇ ਇੱਕ ਰਿਫਿਊਜੀ ਬਹੁਤ ਆਪਣੇ ਕੈਨੇਡਾ ਦੇ ਵਿੱਚ, ਕੀ ਉਹ ਕਰ ਲੈ ਸਕਦੇ ਨੇ? ਦੇਖੋ, ਰਿਫਿਊਜੀ ਜਿਹੜਾ ਐਂਟਰ ਹੋਇਆ ਨਾ, ਜਦ ਤੱਕ ਉਹਨਾਂ ਦੀ ਜੌਬ ਵਗੈਰਾ ਨਹੀਂ ਲੱਗੀ ਉਦੋਂ ਤੱਕ ਤਾਂ ਔਖਾ ਆ, ਕਿਉਂਕਿ ਐਂਡ ਆਫ ਦ ਡੇ ਤਾਂ ਬੈਂਕ ਨੇ ਇਹ ਦੇਖਣਾ ਵੀ ਤੁਹਾਡੀ ਸੈਲਰੀ ਕਿੰਨੀ ਆ, ਤੁਹਾਡੀ ਲਾਇਬਿਲਿਟੀ ਕਿੰਨੀ ਆ, ਤੇ ਕ੍ਰੈਡਿਟ ਸਕੋਰ ਕਿੰਨਾ ਆ। ਜੇ ਤੁਹਾਡੀ ਇਹ ਚੀਜ਼ਾਂ ਵਧੀਆ ਆ, ਇਹਦੇ ਬੇਸ ਤੇ ਉਹ ਤੁਹਾਨੂੰ ਲੋਨ ਦੇ ਦੂਗੇ। ਪਰ ਜੇ ਤੁਹਾਡਾ ਹਾਲੇ ਤੁਸੀਂ ਜਸਟ ਰਿਫਿਊਜੀ ਲੈਂਡ ਹੋਏ ਆ, ਕੁਝ ਮਹੀਨੇ ਹੋਏ, ਪਰ ਤੁਹਾਡੇ ਕੋਲ ਸਿਰਫ ਡਾਊਨ ਪੇਮੈਂਟ ਰੈਡੀ ਹੈ ਬਟ ਬਾਕੀ ਚੀਜ਼ਾਂ ਹਾਲੇ ਰੈਡੀ ਨਹੀਂ, ਉਹਦੇ ਬੇਸ ਤੇ ਫਿਰ ਲੋਨ ਨਹੀਂ ਮਿਲਦਾ, ਫਿਰ ਔਖਾ ਹੋ ਜਾਂਦਾ। ਓਕੇ, ਥੈਂਕ ਯੂ। ਸੋ ਜੇ ਆਪਾਂ ਗੱਲ ਕਰੀਏ ਇੱਕ ਫਸਟ ਹੋਮ ਬਾਇਰ ਆ, ਹਾਂਜੀ, ਤੁਹਾਡੇ ਅਕੋਰਡਿੰਗ ਤੁਸੀਂ ਕੀ ਰਿਕਮੈਂਡ ਕਰੋਗੇ ਕਿ ਉਹਨੂੰ ਕਿਸ ਤਰ੍ਹਾਂ ਦਾ ਘਰ ਲੈਣਾ ਚਾਹੀਦਾ? ਕਿਉਂਕਿ ਹਰ ਕੋਈ ਸੋਚਦਾ ਕਿ ਮੇਰਾ ਇੱਕ ਅਲੱਗ ਸਿੰਗਲ ਘਰ ਹੋਵੇ, ਕਿਸੇ ਨਾਲ ਅਟੈਚ ਨਾ ਹੋਵੇ, ਚੰਗੀ ਬੈਕਯਾਰਡ ਹੋਵੇ, ਅੱਗੇ ਵੀ ਜਗ੍ਹਾ ਹੋਵੇ ਜਿੱਥੇ ਇੱਕ ਬੱਚੇ ਨੂੰ ਇੱਕ ਚੰਗਾ ਮਾਹੌਲ ਦੇ ਸਕੇ। ਤੁਸੀਂ ਕੀ ਰਿਕਮੈਂਡ ਕਰਦੇ ਕਿ ਕੌਂਡੋ ਲਵੇ, ਟਾਊਨ ਹਾਊਸ ਲਵੇ, ਸਿੰਗਲ ਲਵੇ, ਬੰਗਲੋ ਲਵੇ? ਕੀ ਕਹਿਣਾ ਚਾਹੋਗੇ ਤੁਸੀਂ? ਆਈ ਥਿੰਕ ਸਭ ਤੋਂ ਪਹਿਲਾਂ ਤਾਂ ਨਵਾਂ ਜਦੋਂ ਬੰਦਾ ਆਉਂਦਾ ਨਾ, ਤੁਸੀਂ ਇਹ ਛੱਡ ਦਿਓ ਕਿ ਤੁਹਾਡੇ ਨੇਬਰ ਦੇ ਕੋਲ ਕੀ ਆ, ਤੁਹਾਡੇ ਰਿਸ਼ਤੇਦਾਰਾਂ ਕੋਲ ਕੀ ਹੈਗਾ। ਤੁਸੀਂ ਆਪਣਾ ਘਰ ਲੈ ਰਹੇ ਆ, ਤੁਸੀਂ ਆਪ ਉਹਦੇ ਬਿੱਲ ਪੇ ਕਰਨੇ ਆ। ਪਹਿਲਾਂ ਦੇਖੋ ਤੁਹਾਡੀ ਮਿਨੀਮਮ ਰਿਕੁਆਇਰਮੈਂਟ ਕੀ ਆ। ਮੈਂ ਤਾਂ ਜਿੰਨੇ ਵੀ ਨਵੇਂ ਬੰਦੇ ਆਉਂਦੇ ਉਹਨਾਂ ਨੇ ਕਹਿੰਦਾ ਤੁਸੀਂ ਆਪਣੀ ਰਿਕੁਆਇਰਮੈਂਟ ਦੇਖੋ ਅਗਲੇ 4-5 ਸਾਲ ਦੀ, ਜੋ 4-5 ਸਾਲ ਤੁਹਾਨੂੰ ਘਰ ਦਾ ਚਾਹੀਦਾ, ਚਾਹੇ ਉਹ ਸਾਈਜ਼ ਦੀ ਗੱਲ ਹੋਵੇ, ਏਰੀਆ ਦੀ ਗੱਲ ਹੋਵੇ, ਕੁਝ ਵੀ ਆ, ਉਹ ਪੂਰੀ ਕਰ ਰਿਹਾ ਘਰ ਲੈ ਲਓ। ਚਾਹੇ ਉਹ ਛੋਟਾ ਘਰ ਹੀ ਹੈ, ਦੈਟਸ ਓਕੇ,
ਕਿਉਂਕਿ ਤੁਸੀਂ ਹਾਲੇ ਆਪਣੀ ਲਾਈਫ ਸਟਾਰਟ ਕਰ ਰਹੇ ਹੋ ਕੈਨੇਡਾ ਦੇ ਵਿੱਚ, ਹਾਲੇ ਤੁਹਾਡੇ ਬਹੁਤ ਖਰਚੇ ਆਣੇ ਆ, ਤੁਸੀਂ ਹਾਲੇ ਕਈ ਕੁਝ ਕਰਨਾ ਹੈ। ਸਟਾਰਟਿੰਗ ਕਰੀਏ ਛੋਟੇ ਘਰ ਤੋਂ ਇਨਵੈਸਟਮੈਂਟ, ਛੋਟੇ ਘਰ ਤੋਂ ਕਰੋ, ਇੱਥੇ ਕੋਈ ਕੰਪੈਰੀਜ਼ਨ ਹੈ ਨਹੀਂ, ਆਪਣੀ ਆਪਣੀ ਹਰ ਇੱਕ ਦੀ ਲਾਇਬਿਲਿਟੀ ਆਪਣੇ ਸਾਰੇ ਖਰਚੇ। ਦੇਖਿਆ ਗਿਆ ਬਸਰਾ ਸਾਹਿਬ ਆਪਣੀ ਕਮਿਊਨਿਟੀ 'ਚ ਜ਼ਿਆਦਾ ਲੋਕ ਨੇ ਵੀ ਫਲਾਣੇ ਕੋਲੇ ਯਾਰ ਮਿਲੀਅਨ ਦਾ ਘਰ ਆ, ਮੈਂ 5 ਲੱਖ ਦਾ ਕਿਉਂ ਲਵਾਂ, ਮੈਂ ਛੋਟਾ ਕੰਡੋ ਕਿਉਂ ਲਵਾਂ, ਉਹਨੇ ਪਰਸੋਂ ਘਰ ਲਿਆ, ਉਹਨੇ 1.5 ਮਿਲੀਅਨ ਦਾ ਲਿਆ, ਮੈਂ ਵੀ ਲਵਾਂ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਚੀਜ਼ਾਂ ਫਿਰ ਰਾਤਾਂ ਦੀਆਂ ਨੀਂਦਾਂ ਉਡਾ ਦਿੰਦੇ ਉਸ ਬੰਦੇ ਦੀਆਂ। ਦੇਖੋ ਇਹ ਵੀ ਹੈ ਕਿ ਕੀ ਪਤਾ ਉਹ ਬੰਦਾ 5 ਸਾਲ ਬੇਸਮੈਂਟ 'ਚ ਰਿਹਾ ਪਹਿਲਾਂ, ਅਸੀਂ ਇਹ ਵੀ ਦੇਖੀਏ ਕਿੱਥੋਂ ਆਏ ਆ। ਐਂਡ ਦੂਜੀ ਗੱਲ ਇਹ ਹੈ ਕਿ ਸਾਨੂੰ ਅੱਜ ਕੀ ਚਾਹੀਦਾ ਹਨਾ, ਹੁਣ ਤੁਸੀਂ ਲੈ ਲਿਆ ਘਰ ਵੱਡਾ ਤੇ ਜੇ ਤੁਸੀਂ ਉਹ ਘਰ 'ਚ ਰਹਿ ਹੀ ਨਹੀਂ ਪਾ ਰਹੇ, ਆਪਣੀ ਫੈਮਿਲੀ ਨੂੰ ਮਿਲਦੇ ਹੀ ਵੀਕਐਂਡ ਤੇ ਆ, ਫਿਰ ਉਹ ਵੱਡੇ ਘਰ ਦਾ ਕੀ ਫਾਇਦਾ। ਉਹਨਾਂ ਕੋਲ ਜਿਹੜਾ ਤੁਸੀਂ ਐਕਚੁਅਲੀ ਅਫੋਰਡ ਕਰ ਸਕਦੇ ਆ, ਜਿਹਨੂੰ ਤੁਸੀਂ ਇਹ ਘਰ ਨੂੰ ਇੰਜੋਏ ਕਰ ਪਾਓ। ਹੁਣ ਬੈਕਯਾਰਡ ਵੱਡੇ ਨੂੰ ਕਰਨਾ, ਜੇ ਆਪਾਂ ਬੈਕਯਾਰਡ ਕਦੀ ਬੈਠੇ ਨਹੀਂ। ਹਾਂ ਨਹੀਂ ਸਹੀ ਗੱਲ ਆ, ਸਭ ਕੁਝ ਦੇਖਣਾ ਸਹੀ ਹੈ। ਜੇ ਆਪਾਂ ਹੁਣ ਗੱਲ ਕਰੀਏ ਬਿਡ ਬਾਰੇ, ਪਤਾ ਕਿ ਅੱਜ ਹਰ ਇੱਕ ਘਰ ਤੇ ਬੋਲੀ ਲੱਗਦੀ ਹੈ, ਜਦੋਂ ਵੀ ਉਹਦਾ ਕਹਿ ਸਕਦੇ ਹਾਂ ਕਿ ਵੈਬਸਾਈਟ ਦੇ ਉੱਪਰ ਜਿਹੜਾ ਆਸਕਿੰਗ ਪ੍ਰਾਈਸ ਆ ਉਹ ਸ਼ੋ ਹੋਰ ਹੁੰਦਾ, ਪਰ ਜਦੋਂ ਆਪਾਂ ਐਕਚੁਅਲ ਦੇ ਵਿੱਚ ਗੱਲਬਾਤ ਕਰਦੇ ਹਾਂ ਘਰ ਨੂੰ ਲੈਣ ਸੰਬੰਧੀ, ਤਾਂ ਆਲਰੇਡੀ ਉਸ ਘਰ ਦੇ ਜਿਹੜੇ ਲੈਣ ਵਾਲੇ ਹੁੰਦੇ ਨੇ 20 ਤੋਂ 30 ਜਾਣੇ ਹੁੰਦੇ ਨੇ, ਤੇ ਫਿਰ ਜਿਹੜਾ ਉਹਦੇ ਉੱਪਰ ਬਿਡ ਲਾਈ ਜਾਂਦੀ ਆ। ਜਿਵੇਂ ਸਪੋਜ਼ ਕਰੋ ਕਿ 6 ਲੱਖ ਦਾ ਘਰ ਆ, ਜਦੋਂ ਉੱਤੇ ਬੋਲੀ ਲੱਗਦੀ ਹੈ ਤਾਂ 7-8 ਲੱਖ ਤੱਕ ਉਹ ਆਰਾਮ ਨਾਲ ਪਹੁੰਚ ਜਾਂਦਾ ਹੈਗਾ। ਕੀ ਲੱਗਦਾ ਕਿ ਇਹ ਬਿਡ ਵਾਲਾ ਸਿਸਟਮ ਕਿੰਨਾ ਕੁ ਸਹੀ ਹੈ, ਕਿਉਂਕਿ ਦਿਖਾਇਆ ਕੁਝ ਹੋਰ ਜਾਂਦਾ, ਐਕਚੁਅਲ ਦੇ ਵਿੱਚ ਜਦੋਂ ਲੈਣ ਜਾਂਦੇ ਉਹ ਹੋਰ ਚੀਜ਼ ਹੁੰਦੀ ਹੈ। ਦੇਖੋ ਇਹ ਨਾ ਮਾਰਕੀਟ ਆ, ਜਿੱਦਾਂ ਹੁਣ ਆਪਾਂ ਗੱਲ ਕਰਦੇ ਸੀ ਡਿਮਾਂਡ ਐਂਡ ਸਪਲਾਈ ਦੀ ਨਾ, ਜਦੋਂ ਡਿਮਾਂਡ ਬਹੁਤ ਹੁੰਦੀ ਹੈ, ਹੁਣ ਪਿਛਲੇ 2 ਸਾਲਾਂ ਦੇ ਵਿੱਚ ਇੰਟਰਸਟ ਰੇਟ ਬਹੁਤ ਲੋ ਸੀ, ਡਿਮਾਂਡ ਬਹੁਤ ਸੀ ਮਾਰਕੀਟ 'ਚ, ਤੇ ਕੋਵਿਡ ਸੀ, ਹਰ ਕੋਈ ਅਪਾਰਟਮੈਂਟ 'ਚ ਰਹਿਣਾ ਨਹੀਂ ਚਾਹੁੰਦਾ ਸੀ, ਸੇਫਟੀ ਲਈ ਹਰ ਇੱਕ ਚਾਹੀਦਾ ਸੀ ਘਰ ਲੈ ਲਈਏ ਆਪਣਾ ਨਾ, ਤੇ ਉਦੋਂ ਇਹਨਾਂ ਟਾਈਮ ਦੇ ਵਿੱਚ ਡਿਮਾਂਡ ਵੱਧ ਜਾਂਦੀ ਆ, ਤੇ ਉਹਦੇ 'ਚ ਕੀ ਹੁੰਦਾ ਫਿਰ ਜਿਹੜਾ ਸੈਲਰ ਹੁੰਦਾ ਨਾ ਆਪਣਾ ਘਰ ਜਾਣਬੁੱਝ ਕੇ ਸਸਤਾ ਲਾਉਂਦਾ ਆ ਲੋਕਾਂ ਨੂੰ ਅਟਰੈਕਟ ਕਰਨ ਲਈ। ਓਕੇ ਠੀਕ ਆ, ਤੇ ਉਹ ਸੈਲਰ ਨੂੰ ਵੀ ਪਤਾ ਹੁੰਦਾ ਉੱਪਰ ਜਾਣਾ, ਬਾਇਰ ਨੂੰ ਵੀ ਪਤਾ ਹੁੰਦਾ, ਬਟ ਗੇਮ ਉੱਥੇ ਹੁੰਦੀ ਆ ਵੀ ਉਹ ਕਿੰਨਾ ਕੁ ਉੱਪਰ ਜਾਣਾ, ਹੁਣ ਉਹ 10,000 ਉੱਪਰ ਜਾਣਾ ਕਿ ਲੱਖ ਉੱਪਰ ਜਾਣਾ ਨਾ। ਹੁਣ ਆਪਾਂ ਇਹ ਤਾਂ ਬਦਲ ਨਹੀਂ ਸਕਦੇ, ਹੁਣ ਮਾਰਕੀਟ ਕਿੱਥੇ ਜਾ ਰਹੀ ਆ, ਕਿੰਨੀ ਡਿਮਾਂਡ ਹੈ, ਉਹ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਤੁਸੀਂ ਜਾਂ ਮੈਂ, ਹੈ ਨਾ। ਹੁਣ ਆਪਾਂ ਕੀ ਕਰ ਸਕਦੇ ਹਾਂ ਕਿ ਜਿਹੜਾ ਬਾਇਰ ਆ ਉਹ ਆਪਣੀ ਨੌਲੇਜ ਵਧਾਵੇ, ਹੈ ਨਾ। ਹੁਣ ਜੇ ਇਸ ਏਰੀਆ 'ਚ ਕੋਈ ਘਰ ਦੇਖਣ ਆ ਰਿਹਾ, ਤੇ ਨਾਲ ਦਾ ਘਰ 8 ਲੱਖ ਦਾ ਆਲਰੇਡੀ ਵਿਕ ਚੁੱਕਾ, ਜੋ ਕਿ ਸੇਮ ਸਾਈਜ਼ ਦਾ ਘਰ ਸੀ, ਹੁਣ ਇਹਨੇ 6 ਲੱਖ ਦਾ ਲਾਇਆ, ਹੁਣ ਤੁਹਾਨੂੰ ਪਤਾ ਕਿ 6 ਲੱਖ ਤਾਂ ਇੱਕ ਮਜ਼ਾਕ ਆ, ਮਤਲਬ ਇਹ ਕੋਈ ਨੰਬਰ ਰੀਅਲ ਨਹੀਂ ਹੈਗਾ, ਹੈ ਨਾ। ਤੁਸੀਂ ਹੁਣ ਉਸ ਟਾਈਮ ਤੇ ਬਾਇਰ ਦੀ ਨੌਲੇਜ, ਬਾਇਰ ਦੇ ਕੁਐਸਚਨ ਬਹੁਤ ਇੰਪੋਰਟੈਂਟ ਆ, ਜਾਂ ਉਹਨਾਂ ਦੀ ਰੀਅਲਟਰ ਦੀ ਜਿਹੜੀ ਗਾਈਡੈਂਸ ਉਹ ਬਹੁਤ ਇੰਪੋਰਟੈਂਟ ਆ, ਵੀ ਹਾਂਜੀ ਆਹ ਘਰ ਇੰਨੇ ਦਾ ਗਿਆ ਸੀ, ਇਹਦੇ 'ਚ ਆਹ ਚੀਜ਼ਾਂ ਪਲੱਸ ਮਾਈਨਸ ਵਾਲੀਆਂ ਆ, ਇੱਥੇ ਇਸ ਤਰ੍ਹਾਂ, ਤੇ ਇਸ ਘਰ ਦੀ ਵੈਲਿਊ ਇੰਨੀ ਬਣਦੀ ਆ। ਤੇ ਆਪਾਂ ਤਾਂ ਕਹਿੰਦੇ ਤਾਂ ਹੈ ਬਿਡਿੰਗ ਹੁੰਦੀ ਆ, ਬਟ ਕਾਫੀ ਹੁਣ ਇਸ ਤਰ੍ਹਾਂ ਦੀ ਚੇਂਜਿੰਗ ਮਾਰਕੀਟ ਦੇ ਵਿੱਚ ਇਹ ਵੀ ਆ ਕਿ ਕਈ ਘਰਾਂ ਦੀ ਬਿਡਿੰਗ ਨਹੀਂ ਵੀ ਹੋ ਰਹੀ। ਸੋ ਇਹ ਨਹੀਂ ਆ ਕਿ ਵੀ ਉਹ 6 ਦਾ ਲੱਗਾ ਤਾਂ ਉਹ 8 ਦਾ ਜਾਣਾ ਹੀ ਜਾਣਾ ਆ। ਤੇ ਉਹਨੂੰ ਆਪਾਂ ਕਹਿੰਦਾ ਵੀ ਡੀਲ ਲੱਭਣੀ, ਵਧੀਆ ਡੀਲ ਲੱਭਣੀ, ਵੀ ਆਪਾਂ ਮਾਰਕੀਟ 'ਚ ਅਵੇਅਰ ਰਹੀਏ, ਜਲਦਬਾਜ਼ੀ ਨਾ ਕਰੀਏ। ਇਹ ਨਹੀਂ ਕਿ ਆਪਾਂ ਨੂੰ ਇਹ ਪਸੰਦ ਆਇਆ ਘਰ ਤੇ ਲੈਣਾ, ਕੋਈ ਇਮੋਸ਼ਨਲ ਪਰਚੇਜ਼ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ। ਮੈਂ ਮੰਨਦਾ ਕਿ ਜਦੋਂ ਆਪਾਂ ਪਹਿਲਾ ਘਰ ਲੈ ਰਹੇ ਹਾਂ ਇਮੋਸ਼ਨਲ ਬੰਦਾ ਹੋ ਜਾਂਦਾ ਡਿਸੀਜਨ ਲੈਣ ਲਈ, ਬਟ ਉਹ ਹੋਣਾ ਨਹੀਂ ਚਾਹੀਦਾ, ਕਿਉਂਕਿ ਇੱਕ ਤਰ੍ਹਾਂ ਤੁਹਾਡੀ ਇਨਵੈਸਟਮੈਂਟ ਵੀ ਆ। ਤੇ ਇੱਕ ਇਹਦੇ ਵਿੱਚ ਹੀ ਮੇਰਾ ਇੱਕ ਸਵਾਲ ਆ ਕਿ ਸਪੋਜ਼ ਕਰੋ ਕਿ ਘਰ ਵੇਚਣਾ ਕਿਸੇ ਨੇ, ਤਾਂ ਉਹਦੇ ਫਿਰ ਨੰਬਰ ਕਿੱਦਾਂ ਪਾਏ ਜਾਣ? ਜੋ ਤੁਸੀਂ ਐਜ਼ ਅ ਸੈਲਰ ਗੱਲ ਕਰਦੇ ਹੋ, ਜਿਸ ਤਰ੍ਹਾਂ ਸੈਲਰ ਵੀ ਇਹੀ ਦੇਖੇ ਵੀ ਆਸ-ਪਾਸ ਦੇ ਕਿੰਨੇ ਦੇ ਵਿਕੇ ਘਰ। ਹੁਣ ਜਿਹੜੇ ਉਹਨਾਂ ਦੇ ਰੀਅਲਟਰ ਬੈਠੇ ਉਹਨਾਂ ਕੋਲ ਸਾਰਾ ਡਾਟਾਬੇਸ ਪਿਆ ਸਿਟੀ ਦਾ, ਉਹ ਆਸ-ਪਾਸ ਦੇ ਘਰਾਂ ਦੀ ਜਿੰਨੀ ਦੀ ਸੇਲ ਹੋਈਆਂ ਪਿਛਲੇ 3 ਮਹੀਨਿਆਂ 'ਚ ਉਹਦੀ ਐਵਰੇਜ ਕੱਢ ਸਕਦੇ ਆ, ਦੈਨ ਦੇਖ ਸਕਦੇ ਉਹ ਘਰ ਆਪਣੇ ਘਰ ਨਾਲੋਂ ਬੈਟਰ ਸੀ ਜਾਂ ਨਹੀਂ ਸੀ, ਹੈ ਨਾ। ਉਸ ਹਿਸਾਬ ਨਾਲ ਆਪਣੇ ਘਰ ਦੇ ਸਾਰੇ ਫੈਕਟਰਸ ਕੰਪੇਅਰ ਕਰਕੇ ਆਪਾਂ ਦੇਖ ਸਕਦੇ ਵੀ ਇਸ ਘਰ ਦੀ ਵੈਲਿਊ ਇੰਨੀ ਆ। ਦੈਨ ਫਿਰ ਸੈਲਰ ਨੂੰ ਆਪਣੇ ਵਿਆਹ 'ਤੇ ਸੋਚਣਾ ਪੈਣਾ ਐਜ਼ ਅ ਫੈਮਿਲੀ ਕਿ ਜੇ ਸਾਨੂੰ ਇਹ ਘਰ ਮੰਨ ਲਓ 7 ਲੱਖ ਦੇ ਕੇ ਜਾਂਦਾ ਪਿਆ, ਸਾਨੂੰ ਕੋਈ ਫਾਇਦਾ ਹੋ ਵੀ ਰਿਹਾ ਕਿ ਨਹੀਂ। ਕਾਫੀ ਵਾਰੀ ਹੁੰਦਾ ਬੰਦਾ ਕਹਿੰਦਾ ਕਿ ਮੈਂ ਸੋਚਿਆ ਸੀ ਮੈਨੂੰ 8 ਮਿਲਦਾ, ਸ਼ਾਇਦ ਮੈਨੂੰ ਕੁਝ ਨਿਕਲਿਆ ਦਾ, ਜੇ ਮੈਨੂੰ ਹੁਣ ਨਹੀਂ ਹੋ ਰਿਹਾ, ਮੇਬੀ ਇਹ ਹਾਲੇ ਰਾਈਟ ਟਾਈਮ ਨਹੀਂ ਆਇਆ ਘਰ ਵੇਚਣ ਦਾ। ਸੋ ਇੱਕ ਵਾਰੀ ਤੁਹਾਨੂੰ ਪਤਾ ਹੋਵੇ ਵੀ ਆਸ-ਪਾਸ ਦੀ ਸੇਲ ਦੇ ਬੇਸ 'ਤੇ ਕਿੰਨਾ ਨੰਬਰ ਆ ਰਿਹਾ, ਦੈਨ ਤੁਸੀਂ ਆਪਣਾ ਐਜ਼ ਅ ਫੈਮਿਲੀ ਡਿਸੀਜਨ ਲਓ ਫਿਰ। ਹਾਂਜੀ, ਥੈਂਕ ਯੂ। ਸੋ ਬਸਰਾ ਸਾਹਿਬ, ਜੇ ਆਪਾਂ ਗੱਲ ਕਰੀਏ ਇੰਟਰਸਟ ਰੇਟ ਆ, 6 ਮਹੀਨੇ ਪਹਿਲਾਂ ਬੈਂਕਾਂ ਦੁਆਰਾ ਇੰਟਰਸਟ ਰੇਟ ਹੋਰ ਸੀਗਾ, ਪਰ ਅੱਜ ਦਾ ਜੋ ਸਮਾਂ ਅੱਜ ਹੋਰ ਆ। ਅੱਜ ਮੈਨੂੰ ਲੱਗਦਾ ਕਿ ਹਰੇਕ ਦੀ ਜੇਬ ਜ਼ਿਆਦਾ ਭਾਰੀ ਹੋ ਗਈ, ਹੁਣ ਜ਼ਿਆਦਾ ਉਹਨਾਂ ਨੂੰ ਪੈਸੇ ਕੱਢਣੇ ਪੈਣਗੇ ਹੋਰ ਆਪਣੀ ਮੌਰਗੇਜ ਨੂੰ ਮਹੀਨੇ ਦੀ ਜਿਹੜੀ ਹੁੰਦੀ ਆ ਉਹ ਕਲੀਅਰ ਕਰਨ ਲਈ। ਕੀ ਲੱਗਦਾ ਕਿ ਇੰਟਰਸਟ ਰੇਟ ਹੈ ਕਿੰਨਾ ਕੁ ਫੈਕਟਰ ਪਾਇਆ ਨੇ, ਤੇ ਕਿਉਂ ਵਧਾਇਆ ਜਾ ਰਿਹਾ ਹੈ? ਮਤਲਬ ਹਰ 6 ਮਹੀਨਿਆਂ ਬਾਅਦ ਬੈਂਕਾਂ ਇੰਟਰਸਟ ਰੇਟ ਵਧਾ ਦਿੰਦੀਆਂ, ਕੀ ਕਹੋਗੇ ਇਹਦੇ ਬਾਰੇ? ਇੰਟਰਸਟ ਰੇਟ ਬਹੁਤ ਵੱਡਾ ਫੈਕਟਰ ਆ, ਕਿਉਂਕਿ ਆਪਾਂ ਇੰਨੀ ਮਹਿੰਗੀ ਚੀਜ਼ ਦੀ ਗੱਲ ਕਰ ਰਹੇ ਹਾਂ, ਤੇ ਉਹਦੇ 'ਤੇ ਥੋੜ੍ਹਾ ਇੰਟਰਸਟ ਵੀ ਵੇਰੀ ਕਰਦਾ, ਤਾਂ ਆਪਣੀ ਮੰਥਲੀ ਪੇਮੈਂਟ ਬਹੁਤ ਇੰਪੈਕਟ ਹੁੰਦੀ ਹੈ ਨਾ। ਤੇ ਇਹ ਚੀਜ਼ ਡਾਇਰੈਕਟਲੀ ਆਪਣੀ ਇਨਫਲੇਸ਼ਨ ਨਾਲ ਜਾਂ ਇਕਨੋਮੀ ਨਾਲ ਲਿੰਕ ਹੁੰਦੀ ਆ। ਤੇ ਕੋਵਿਡ ਟਾਈਮ ਦੇ ਵਿੱਚ ਜਦੋਂ ਪੀਕ ਸੀ ਕੋਵਿਡ, ਤੇ ਗਵਰਨਮੈਂਟ ਨੇ ਇੰਟਰਸਟ ਰੇਟ ਬਹੁਤ ਲੋ ਰੱਖੇ ਹੋਏ ਸੀ ਤਾਂ ਕਿ ਲੋਕ ਪਰਚੇਸ ਕਰ ਪਾਉਣ।
ਤੇ ਮਤਲਬ ਐਵਰੇਜ ਤੋਂ ਵੀ ਕਾਫੀ ਲੋ ਚੱਲਦੇ ਪਏ ਸੀ। ਅੱਜ ਦੇ ਟਾਈਮ 'ਚ ਕੀ ਚੱਲ ਰਿਹਾ ਇੰਟਰਸਟ ਰੇਟ? ਅੱਜ ਕੱਲ ਤਾਂ ਹੁਣ 3.5% ਵੀ ਚੱਲੀ ਜਾਂਦਾ ਹਨਾ। ਮੈਨੂੰ ਲੱਗਦਾ ਕਦੇ ਟਾਈਮ ਹੁੰਦਾ ਸੀ ਉਦੋਂ 1.5 ਸੀਗਾ 1.5 ਤੱਕ, ਲੋਕਾਂ ਨੇ 1.2 1.3 ਵੀ ਲਿਆ ਕੋਵਿਡ ਟਾਈਮ 'ਚ। ਹਾਲਾਂਕਿ ਕੋਵਿਡ ਤੋਂ ਪਹਿਲਾਂ ਇਹ ਚੀਜ਼ 2.5% ਤੇ ਨਾਰਮਲ ਹੁੰਦੀ ਸੀ, ਪਰ ਜਿਹਨਾਂ ਨੇ ਹੁਣ 1.5% ਤੇ ਜਾਂ 1.3 ਤੇ ਲਿਆ, ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹੀ ਨਾਰਮਲ ਆ ਹਨਾ। ਹੁਣ ਉਹਨਾਂ ਦਾ ਇੰਟਰਸਟ ਰੇਟ ਡਬਲ ਟੱਪ ਚੁੱਕਾ ਆ। ਹੁਣ ਤਾਂ ਮੰਥਲੀ ਪੇਮੈਂਟ ਬਹੁਤ ਐਕਸਟਰਾ ਜਾਊਗੀ, ਬਹੁਤ ਵੱਧ ਜਾਂਦੀ ਆ। ਹੁਣ ਜਿੱਦਾਂ ਮੰਨ ਲਓ ਕਿ ਕਿਸੇ ਨੇ 6 ਲੱਖ ਦਾ ਘਰ 7-8 ਮਹੀਨੇ ਪਹਿਲਾਂ ਲਿਆ ਹੁੰਦਾ ਨਾ, ਤੇ ਹੁਣ ਉਹੀ ਅਮਾਉਂਟ ਦਾ ਘਰ ਤੁਸੀਂ ਅੱਜ ਲੈ ਰਹੇ ਆ, ਤੁਹਾਡੀ ਪੇਮੈਂਟ ਦੇ ਵਿੱਚ ਆਲਮੋਸਟ $500 ਤੋਂ $600 ਦਾ ਫਰਕ ਪੈ ਸਕਦਾ ਮੰਥਲੀ ਪੇਮੈਂਟ 'ਚ, ਜੋ ਕਿ ਬਹੁਤ ਵੱਡਾ ਹੁੰਦਾ। ਹਾਂਜੀ, ਇਸ ਕਰਕੇ ਜਦੋਂ ਵੀ ਕੋਈ ਪਰਚੇਸ ਕਰ ਰਿਹਾ ਨਾ, ਤੇ ਤੁਸੀਂ ਇਹ ਨਾ ਦੇਖੋ ਕਿ ਵੀ ਅੱਜ ਤੁਸੀਂ ਉਹ ਅਫੋਰਡ ਕਰ ਪਾਓਗੇ ਕਿ ਨਹੀਂ। ਇੱਕ ਤੁਸੀਂ ਦੇਖੋ ਤੁਹਾਡੀ ਫੈਮਿਲੀ ਦੀ ਇਨਕਮ ਅੱਗੇ ਜਾ ਕੇ ਕਿਸ ਤਰ੍ਹਾਂ ਦਿਸ ਰਹੀ ਆ, ਜਾਂ ਜੇ ਕੱਲ੍ਹ ਨੂੰ ਇਕਨੋਮੀ ਥੋੜ੍ਹੀ ਬਹੁਤੀ ਉੱਪਰ ਥੱਲੇ ਹੁੰਦੀ ਆ ਤਾਂ ਤੁਹਾਡੇ ਕੋਲ ਕੋਈ ਐਮਰਜੈਂਸੀ ਮਨੀ ਪਈ ਹੋਣੀ ਚਾਹੀਦੀ ਹੈ ਅਕਾਊਂਟ ਦੇ ਵਿੱਚ। ਇਹ ਨਾ ਹੋਵੇ ਵੀ ਆਪਣਾ ਥੋੜ੍ਹਾ ਜਿਹਾ ਵੀ ਹਿੱਲਿਆ ਸਿਸਟਮ ਤੇ ਆਪਾਂ 2 ਮਹੀਨੇ ਮੌਰਗੇਜ ਪੇਮੈਂਟ ਦੇ ਨਹੀਂ ਪਾਏ। ਉਹ ਬਹੁਤ ਇੰਪੋਰਟੈਂਟ ਹੈ। ਸਹੀ। ਬਸਰਾ ਸਾਹਿਬ, ਜਿਵੇਂ ਤੁਸੀਂ ਆਟਵਾ ਦੇ ਵਿੱਚ ਕੰਮ ਕਰਦੇ ਹੋ, ਅਲੱਗ-ਅਲੱਗ ਟਾਊਨ ਦੇ ਵਿੱਚ ਜਾਂਦੇ ਹੋ, ਛੋਟੇ ਪਿੰਡਾਂ ਵਿੱਚ ਵੀ ਜਾਂਦੇ ਹੋ, ਤੁਹਾਡੇ ਅਕੋਰਡਿੰਗ ਤੁਸੀਂ ਕੀ ਸੁਜੈਸਟ ਕਰੋਗੇ ਕਿ ਜਿਹੜਾ ਇੱਕ ਨਵਾਂ ਬੰਦਾ ਉਹਨੇ ਘਰ ਲੈਣਾ, ਕਿਹੜਾ ਏਰੀਆ ਬੈਸਟ ਹੈ? ਜਿਵੇਂ ਆਪਣੇ ਸ਼ਹਿਰ ਦੇ ਵਿੱਚ ਕਾਫੀ ਏਰੀਆ ਆ ਗਏ, ਸਟੈਟਸਵਿਲ ਆ ਗਿਆ, ਕਨਾਟਾ ਆ ਗਿਆ, ਨੀਪੀਅਨ ਬਾਰ ਹੈਵਨ ਆ ਗਿਆ, ਉੱਧਰ ਆਪਾਂ ਚਲੇ ਜਾਈਏ ਨਿਊ ਵਾਲੇ ਪਾਸੇ, ਰੌਕਲੈਂਡ, ਰਿਚਮੰਡ, ਇੱਧਰ। ਹਾਂਜੀ, ਕੀ ਕਹੋਗੇ ਤੁਸੀਂ ਉਹਨਾਂ ਨੂੰ ਕਿੱਧਰਲੇ ਪਾਸੇ ਉਧਰ ਨੂੰ ਘਰ ਲੈਣਾ ਚਾਹੀਦਾ ਤਾਂ ਜੋ ਇਹਨੇ ਫਿਊਚਰ ਦੇ ਵਿੱਚ ਜੇ ਉਹਨੇ ਵੇਚਣਾ ਵੀ ਹੋਇਆ ਤਾਂ ਉਹਦੇ ਲਈ ਪ੍ਰੋਫਿਟ ਹੋਊਗਾ? ਦੇਖੋ, ਬਹੁਤ ਫੈਕਟਰਸ ਆ ਜਾਂਦੇ ਜਦੋਂ ਅਸੀਂ ਏਰੀਆ ਚੂਜ਼ ਕਰਦੇ ਹਾਂ। ਉਹ 'ਚ ਕੁਝ ਫੈਕਟਰਸ ਹੁੰਦੇ ਆ ਉਹ ਜਨਰਲ ਆ, ਹਰੇਕ 'ਤੇ ਅਪਲਾਈ ਹੋ ਰਿਹਾ, ਵੀ ਉਸ ਏਰੀਏ 'ਚ ਬੱਸ ਸਰਵਿਸ ਕਿੰਨੀ ਵਧੀਆ ਆ, ਜਾਂ ਉਸ ਏਰੀਏ ਦੇ ਵਿੱਚ ਸਕੂਲ ਕਿੰਨੇ ਵਧੀਆ ਆ। ਸਕੂਲ ਦੀ ਰੇਟਿੰਗ ਬਹੁਤ ਵੱਡਾ ਫੈਕਟਰ ਆ ਤੁਹਾਡੇ ਲਈ ਵੀ, ਬੱਚਿਆਂ ਲਈ ਵੀ, ਕਿਉਂਕਿ ਆਪਾਂ ਹੁਣ ਇੰਡੀਆ ਛੱਡ ਕੇ ਜਾਂ ਆਪਣੀ ਕੰਟਰੀ ਛੱਡ ਕੇ ਕੈਨੇਡਾ ਆਏ ਕਿਉਂਕਿ ਬੱਚਿਆਂ ਦੇ ਵਧੀਆ ਫਿਊਚਰ ਲਈ, ਤੇ ਹੁਣ ਵਧੀਆ ਸਕੂਲ ਜਾਣਗੇ ਹਨਾ, ਉਹ ਵੀ ਇੰਪੋਰਟੈਂਟ ਆ। ਤੇ ਇੱਥੇ ਸਿਸਟਮ ਇਸ ਤਰ੍ਹਾਂ ਚੱਲਦਾ ਵੀ ਤੁਹਾਡੇ ਪੋਸਟਲ ਕੋਡ ਦੇ ਹਿਸਾਬ 'ਤੇ ਡਿਸਾਈਡ ਹੁੰਦਾ ਵੀ ਤੁਸੀਂ ਕਿਹੜੇ ਸਕੂਲ 'ਚ ਬੱਚੇ ਨੂੰ ਭੇਜਣਾ। ਤੁਸੀਂ ਚੂਜ਼ ਨਹੀਂ ਕਰ ਸਕਦੇ ਵੀ ਕਨਾਡਾ ਰਹਿ ਕੇ ਤੁਸੀਂ ਬੱਚੇ ਨੂੰ ਬਾਰਹੇਵਨ ਭੇਜਣਾ ਆ, ਉਹ ਨਹੀਂ ਹੁੰਦਾ। ਤੇ ਇਸ ਕਰਕੇ ਸਕੂਲ ਵਧੀਆ ਚੂਜ਼ ਕਰਨਾ ਵਿਚ ਮੀਨਸ ਕਿ ਤੁਹਾਨੂੰ ਉਸ ਏਰੀਆ 'ਚ ਹੀ ਘਰ ਦੇਖਣਾ ਪੈਣਾ ਆ ਹਨਾ। ਉਹ ਪਰਸਨਲ ਫੈਕਟਰ ਆਪਣੇ ਆਇਆ ਦੇ ਨਾਲ ਹੀ। ਤੇ ਬਾਕੀ ਜੋਬ, ਹੁਣ ਕਿਸੇ ਦੀ ਜੋਬ ਮੰਨ ਲਓ ਕਿ ਵੈਸਟ ਐਂਡ 'ਚ ਆ, ਹੁਣ ਤੁਸੀਂ ਈਸਟ ਐਂਡ 'ਤੇ ਤਾਂ ਨਹੀਂ ਰਹੋਗੇ ਕਿਉਂਕਿ ਹੁਣ ਕੋਵਿਡ ਵਾਲਾ ਟਾਈਮ ਤੇ ਚੱਲ ਗਿਆ ਆਲਮੋਸਟ। ਹੁਣ ਵਰਕ ਫਰੋਮ ਹੋਮ ਵੀ ਆਲਮੋਸਟ ਖਤਮ ਹੋਣ ਲੱਗ ਗਿਆ। ਹੁਣ ਲੋਕਾਂ ਨੇ ਜਾਣਾ ਹੈ, ਹੁਣ ਟ੍ਰੈਫਿਕ ਵੀ ਵਧਣਾ ਆ। ਹੁਣ ਵੱਡੀਆਂ ਸਿਟੀਜ਼, ਹੁਣ ਟੋਰਾਂਟੋ ਦੀ ਗੱਲ ਕਰੀਏ, ਉੱਥੇ ਟ੍ਰੈਫਿਕ ਬਹੁਤ ਵੱਡਾ ਫੈਕਟਰ ਆ। ਅੱਗੇ ਜਾ ਕੇ ਹੁਣ ਆਟਵਾ ਵੀ ਕਾਫੀ ਬਿਜ਼ੀ ਹੋਣ ਲੱਗ ਗਿਆ ਨਾ, ਇਸ ਕਰਕੇ ਉਹ ਵੀ ਫੈਕਟਰ ਇੰਪੋਰਟੈਂਟ ਆ ਜਾਂਦਾ। ਫਿਰ ਦੇਖਣਾ ਹੁੰਦਾ ਆਸ-ਪਾਸ ਤੁਹਾਡੇ ਸਰਵਿਸਿਜ਼ ਕਿੰਨੀਆਂ ਆ। ਹੁਣ ਮੰਨ ਲਓ ਕਿ ਕਈਆਂ ਦੇ ਪੇਰੈਂਟਸ ਰਹਿੰਦੇ ਓਲਡਰ ਆ, ਸੀਨੀਅਰਸ ਆ ਹੈ ਨਾ, ਤੇ ਆਸ-ਪਾਸ ਤੁਹਾਡੇ ਲਈ ਆਪਣੀ ਕਮਿਊਨਿਟੀ ਥੋੜ੍ਹੀ ਹੋਣੀ ਇੰਪੋਰਟੈਂਟ ਆ ਤਾਂ ਕਿ ਉਹ ਥੋੜ੍ਹਾ ਬਾਹਰ ਨਿਕਲ ਕੇ ਕਿਸੇ ਨਾਲ ਮਿਲਣ ਪਾਉਣ ਹੈ ਨਾ। ਆਸ-ਪਾਸ ਪਾਰਕ ਹੋਣੇ ਜ਼ਰੂਰੀ ਆ। ਸੋ ਕਈ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਅਸੀਂ ਦੇਖਣੀਆਂ ਹੁੰਦੀਆਂ ਵੀ ਸਾਡੀ ਫੈਮਿਲੀ ਨੂੰ ਆਹ ਸੂਟ ਕਰਦਾ ਹੈ, ਇਸ ਕਰਕੇ ਆਪਾਂ ਹੁਣ ਇਸੇ ਏਰੀਆ 'ਚ ਘਰ ਦੇਖਾਂਗੇ। ਓਕੇ। ਮਨਦੀਪ ਜੀ, ਜੇ ਆਪਾਂ ਗੱਲ ਕਰੀਏ, ਆਪਾਂ ਗੱਲ ਕਰਕੇ ਗਏ ਸੀ ਪਿੱਛੇ ਥੋੜ੍ਹਾ ਟਾਈਮ ਪਹਿਲਾਂ ਕਿ ਇਨਵੈਸਟਮੈਂਟ ਬਾਰੇ। ਅੱਜ ਕੋਈ ਘਰਾਂ ਦੇ ਹਰ ਕੋਈ ਚਾਹੁੰਦਾ ਕਿ ਇੱਕ ਵਾਰੀ ਮੈਨੂੰ ਘਰ ਮਿਲ ਜੇ, ਵੱਡਾ ਮਿਲ ਜੇ, ਛੋਟਾ ਮਿਲ ਜੇ, ਕਿਉਂਕਿ ਉਹ ਇਨਵੈਸਟ ਕਰਨਾ ਚਾਹੁੰਦਾ। ਹੋਰਾਂ ਨਾਲ ਵੀ ਦੇਖਿਆ, ਕਈਆਂ ਦੇ ਕੋਲੇ 2-2 3-3 ਘਰ ਉਹਨਾਂ ਨੇ ਲੈ ਰੱਖੇ ਨੇ। ਇੱਕ ਘਰ 'ਚ ਆਪ ਰਹਿੰਦੇ ਨੇ, 2 ਘਰ ਨੇ ਜਿਹੜੇ ਉਹ ਰੈਂਟ 'ਤੇ ਦਿੰਦੇ ਨੇ। ਤੁਸੀਂ ਕੀ ਸੁਜੈਸਟ ਕਰੋਗੇ ਕਿ ਅੱਜ ਦਾ ਜੋ ਵਕਤ, ਅੱਜ ਦਾ ਜੋ ਦੌਰ, ਅੱਜ ਜਿਵੇਂ ਮਹਿੰਗਾਈ ਵੱਧ ਰਹੀ ਹੈ ਦਿਨੋਂ ਦਿਨ, ਘਰਾਂ 'ਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕਿ ਨਹੀਂ? ਦੇਖੋ, ਪਹਿਲਾਂ ਆਪਾਂ ਥੋੜ੍ਹੀ ਹਿਸਟਰੀ ਦੇਖਦੇ ਹਾਂ ਵੀ ਲੋਕ ਕਰਦੇ ਕਿਉਂ ਇਨਵੈਸਟਮੈਂਟ ਇੱਥੇ ਘਰਾਂ 'ਚ ਨਾ। ਇੱਕ ਤਾਂ ਹੁੰਦਾ ਕਿ ਵੀ ਇੱਥੇ ਬੈਂਕਸ ਦੇ ਵਿੱਚ ਤੁਹਾਡਾ ਪੈਸਾ ਗਰੋ ਨਹੀਂ ਹੁੰਦਾ, ਇੰਟਰਸਟ ਰੇਟ ਬਹੁਤ ਹੀ ਲੋ ਇੱਥੇ, ਮੋਸਟਲੀ ਤਾਂ 0% ਹੀ ਆ ਮੋਸਟ ਬੰਦਿਆਂ ਦਾ ਨਾ। ਅਤੇ ਫਿਰ ਹੋਰ ਲੋਕ ਵੀ ਆਪਸ਼ਨ ਲੱਭਦੇ ਆ। ਹੁਣ ਸਟਾਕ ਮਾਰਕੀਟ 'ਚ ਹਰ ਕੋਈ ਨਹੀਂ ਜਾ ਸਕਦਾ, ਹਰ ਕਿਸੇ ਦੀ ਨਾ ਹੀ ਨੌਲੇਜ ਆ, ਨਾ ਹੀ ਕਿਸੇ ਦਾ ਟਾਈਮ ਆ ਕਿ ਵੀ ਇੰਨਾ ਆਪਾਂ ਕਲੋਜ਼ਲੀ ਵਾਚ ਕਰੀਏ। ਅਤੇ ਫਿਰ ਆਪਣੇ ਉਹ ਦੇਖਦੇ ਆ ਵੀ ਸਾਡਾ ਕੋਈ ਪੁਰਾਣਾ ਰਿਸ਼ਤੇਦਾਰ ਆਇਆ ਸੀ, ਸਾਡੇ ਪਿੰਡ ਤੋਂ, ਸ਼ਹਿਰ ਤੋਂ ਕੋਈ ਬੰਦਾ ਆਇਆ ਸੀ, ਉਹਨੇ ਰੀਅਲ ਸਟੇਟ 'ਚ ਪੈਸਾ ਬੜਾ ਬਣਾਇਆ, ਅਤੇ ਉਹ ਚੀਜ਼ ਸਾਰਿਆਂ ਨੂੰ ਅਟਰੈਕਟ ਕਰਦੀ ਕਿ ਠੀਕ ਆ ਜੀ, ਅਸੀਂ ਵੀ ਇਨਵੈਸਟਮੈਂਟ ਪ੍ਰੋਪਰਟੀ ਲੈਂਦੇ ਹਾਂ ਨਾ। ਹੁਣ ਇਨਵੈਸਟਮੈਂਟ ਪ੍ਰੋਪਰਟੀ ਲੈਣਾ ਮਾੜਾ ਆਈਡੀਆ ਨਹੀਂ ਹੈ, ਬਟ ਸਾਨੂੰ ਉਹਦੇ ਲਈ ਪ੍ਰੀਪੇਅਰ ਹੋਣਾ ਪੈਣਾ ਆ ਹੈ ਨਾ। ਇਨਵੈਸਟਮੈਂਟ ਹੁਣ ਕੋਈ ਵੀ ਕਰਦੇ ਆ, ਚਾਹੇ ਉਹ ਰੀਅਲ ਸਟੇਟ ਆ ਜਾਂ ਕੁਛ ਵੀ ਹੈ, ਇੱਕ ਤਰ੍ਹਾਂ ਰਿਸਕ ਤਾਂ ਨਾਲ ਲੈ ਕੇ ਆਉਂਦੀ ਆ। ਹੁਣ ਆਪਾਂ ਜਿੱਦਾਂ ਗੱਲ ਹੀ ਕਰ ਰਹੇ ਸੀ ਵੀ ਇੰਟਰਸਟ ਰੇਟ ਵਧੇ, ਪੇਮੈਂਟ ਵਧੀਆਂ। ਹੁਣ ਕਿਸੇ ਨੇ ਕੋਈ ਪ੍ਰੋਪਰਟੀ ਲਈ ਹੋਈ ਆ, ਰੈਂਟ 'ਤੇ ਕੰਮ ਚੱਲੀ ਆ ਰਿਹਾ, ਹੁਣ ਉਹਦੀ ਪੇਮੈਂਟ ਮੰਨ ਲਓ $400-500 ਵੱਧ ਗਈ। ਹੁਣ ਇਹਨਾਂ ਨੂੰ ਜੇ ਪਾਕਟ 'ਚ ਇੰਨਾ ਪਾਉਣਾ ਪੈ ਰਿਹਾ, ਅਸੀਂ ਉਸ ਚੀਜ਼ ਲਈ ਰੈਡੀ ਹੈ ਕਿ ਨਹੀਂ ਹੈ, ਉਹ ਦੇਖਣਾ ਚਾਹੀਦਾ। ਆਪਾਂ ਤਾਂ ਮੋਸਟਲੀ ਕਹੀਦਾ ਹੁੰਦਾ ਵੀ ਤੁਹਾਡੇ ਕੋਲ 3-4 ਮਹੀਨੇ ਦਾ ਉਸ ਇਨਵੈਸਟਮੈਂਟ ਪ੍ਰੋਪਰਟੀ ਦਾ ਖਰਚਾ ਤੁਹਾਡੇ ਅਕਾਊਂਟ 'ਚ ਪਿਆ ਹੋਣਾ ਚਾਹੀਦਾ, ਕਿ ਹੋ ਸਕਦਾ ਤੁਹਾਡੇ ਇੰਟਰਸਟ ਰੇਟ ਵੱਧ ਜਾਵੇ, ਹੋ ਸਕਦਾ ਸਾਡਾ ਟੈਨੈਂਟ ਛੱਡ ਕੇ ਗਿਆ, ਅਗਲਾ ਟੈਨੈਂਟ ਲੱਭਣ 'ਚ ਟਾਈਮ ਲੱਗ ਗਿਆ ਹੈ ਨਾ। ਕੋਵਿਡ 'ਚ ਲੋਕਾਂ ਨੂੰ ਟੈਨੈਂਟ ਲੱਭਣਾ ਔਖਾ ਹੋ ਗਿਆ ਕਿਉਂਕਿ ਇਮੀਗ੍ਰੈਂਟ ਆ ਨਹੀਂ ਰਹੇ ਸੀ। ਸੋ ਰਿਸਕ ਤੁਸੀਂ ਇਹ ਇਵੈਲੂਏਟ ਕੀਤਾ ਆ, ਇਟ ਮੀਨਸ ਤੁਸੀਂ ਰੈਡੀ ਆ। ਜੇ ਤੁਸੀਂ ਕਹਿੰਦੇ ਕਿ ਅਸੀਂ ਸਾਰਾ ਕੁਝ ਆਪਣੀ ਲਾਈਫ ਦੀ ਸੇਵਿੰਗ ਲਾ ਕੇ ਆਪਾਂ ਇਨਵੈਸਟਮੈਂਟ ਕਰ ਲਈ, ਹੁਣ ਤੁਸੀਂ ਬੱਚਿਆਂ ਨਾਲ ਬਾਹਰ ਖਾਣ ਵੀ ਨਹੀਂ ਜਾ ਪਾ ਰਹੇ ਹੈ ਨਾ, ਅਤੇ ਘੁੰਮਣ ਵੀ ਨਹੀਂ ਜਾ ਪਾ ਰਹੇ, ਉਹ ਲਾਈਫ ਦਾ ਵੀ ਕੋਈ ਫਾਇਦਾ ਨਹੀਂ। ਸੋ ਸਾਰਾ ਕੈਲਕੂਲੇਟ ਕਰਕੇ ਹੀ ਆ। ਅਤੇ ਇਨਵੈਸਟਮੈਂਟ ਵਧੀਆ, ਰੀਅਲ ਸਟੇਟ ਗਰੋ ਕਰਦਾ ਲੌਂਗ ਰਨ 'ਚ, ਸਾਨੂੰ ਸਾਰਿਆਂ ਨੂੰ ਪਤਾ ਕਿ ਗਰੋ ਹੋਣਾ ਹੈ, ਬਟ
ਇੰਨਾ ਕੁ ਦੇਖ ਕੇ ਕਰੋ ਕਿ ਆਪਾਂ ਜਲਦਬਾਜ਼ੀ ਨਾ ਕਰਦੇ ਹੋਈਏ। ਓਕੇ, ਜਿਵੇਂ ਆਪਾਂ ਹੁਣ ਕਾਫੀ ਟੌਪਿਕ ਤੇ ਗੱਲ ਕੀਤੀ ਹੈ, ਇੰਟਰਸਟ ਰੇਟ ਬਾਰੇ ਗੱਲ ਕੀਤੀ ਹੈ, ਏਰੀਏ ਬਾਰੇ ਆਪਾਂ ਗੱਲ ਕਰਕੇ ਹਟੇ ਹਾਂ। ਸ਼ਾਰਟ ਦੇ ਵਿੱਚ ਅੱਜ ਦੱਸੋ ਵੀ ਜਿਹੜੇ ਅੱਜ ਸੁਣ ਰਹੇ ਨੇ, ਕਈ ਵਾਰ ਇੱਕ ਨਵੇਂ ਬੰਦਾ ਸੁਣ ਰਿਹਾ ਹੁੰਦਾ, ਉਹਨੂੰ ਨੌਲੇਜ ਨਹੀਂ ਹੁੰਦੀ ਉਹ ਚੀਜ਼ ਬਾਰੇ, ਸਟੈਪ ਬਾਏ ਸਟੈਪ ਘਰ ਲੈਣ ਤੱਕ ਦਾ ਤੇ ਜਦੋਂ ਘਰ ਦੀ ਕਲੋਜ਼ਿੰਗ ਹੁੰਦੀ ਆ ਉਹ ਸਟੈਪ ਸਾਨੂੰ 4-5 ਦੱਸੋ, ਐਦਾਂ ਲਿਆ ਜਾਂਦਾ, ਐਦਾਂ ਕਲੋਜ਼ਿੰਗ ਹੁੰਦੀ ਹੈ, ਐਦਾਂ ਆਪਾਂ ਸਾਈਨ ਕਰਦੇ ਹਾਂ, ਸੋ ਉਹ ਚੀਜ਼ਾਂ ਬਾਰੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਹਾਂ ਕਿ ਇਹ ਦੇਖਣਾ ਕਿ ਸਾਡਾ ਬਜਟ ਕਿੰਨਾ, ਸਾਨੂੰ ਕਿੰਨਾ ਅਸੀਂ ਅਲਾਉ ਕਰਦੀ ਬੈਂਕ ਸਾਨੂੰ ਕਿ ਅਸੀਂ ਘਰ ਲੈ ਸਕਦੇ ਹਾਂ। ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਕਿਸੇ ਮੌਰਗੇਜ ਏਜੰਟ ਨਾਲ ਮਿਲਦੇ ਆ, ਪ੍ਰਾਈਵੇਟ ਮੌਰਗੇਜ ਏਜੰਟ ਵੀ ਹੁੰਦੇ ਆ, ਬੈਂਕ ਦੇ EMPLOYE ਵੀ ਹੁੰਦੇ ਆ, ਉਹਨਾਂ ਨਾਲ ਮਿਲ ਕੇ ਤੁਸੀਂ ਆਪਣਾ ਸਾਰਾ ਪ੍ਰੋਫਾਈਲ ਸਬਮਿਟ ਕਰਦੇ ਹੋ, ਤੁਹਾਡੀ ਸੈਲਰੀ ਦੇਖਦੇ ਆ, ਤੁਹਾਡਾ ਕ੍ਰੈਡਿਟ ਸਕੋਰ ਦੇਖਦੇ ਆ, ਸਭ ਕੁਝ ਚੈੱਕ ਕਰਦੇ ਵੀ ਤੁਸੀਂ ਕਿੰਨਾ ਐਲੀਜੀਬਲ ਆ ਨਾ। ਉਹਦੇ ਬੇਸ 'ਤੇ ਤੁਹਾਨੂੰ ਇੱਕ ਨੰਬਰ ਦੇ ਦਿੰਦੇ ਵੀ ਤੁਸੀਂ ਇੰਨਾ ਤੱਕ ਲੋਨ ਲੈ ਸਕਦੇ ਆ। ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਵੀ ਤੁਹਾਨੂੰ ਇੰਨੀ ਡਾਊਨ ਪੇਮੈਂਟ ਕਰਨੀ ਪੈਣੀ ਆ, ਫਿਰ ਤੁਹਾਡਾ ਬਜਟ ਡਿਸਾਈਡ ਹੁੰਦਾ। ਮਤਲਬ ਅਸੀਂ ਆਪਾਂ ਆਪ ਨਹੀਂ ਡਿਸਾਈਡ ਕਰ ਸਕਦੇ ਕਿ 1 ਮਿਲੀਅਨ ਦਾ ਅਸੀਂ ਘਰ ਲੈਣਾ, ਨਹੀਂ, ਬੈਂਕ ਨੇ ਤਾਂ ਕਹਿਣਾ ਸੀ ਮੰਨ ਲਓ ਦੇਖੋ 5 ਲੱਖ ਦਾ ਲੋਨ ਦੇਣਾ, ਹੁਣ ਤੁਸੀਂ ਮਿਲੀਅਨ ਲੈਣਾ, ਤੁਹਾਨੂੰ 5 ਲੱਖ ਫਿਰ ਡਾਊਨ ਦੇਣਾ ਪੈਣਾ। ਇਸ ਕਰਕੇ ਉਹ ਇਕੱਠੇ ਮਿਲ ਕੇ ਡਿਸਾਈਡ ਹੁੰਦਾ ਵੀ ਸਾਡੇ ਅਕਾਊਂਟ 'ਚ ਕਿੰਨਾ ਪੈਸਾ ਪਿਆ ਆ ਤੇ ਬੈਂਕ ਕਿੰਨਾ ਦੇ ਰਹੀ ਹੈ, ਉਹਦੇ ਬੇਸ 'ਤੇ ਸਾਡੀ ਹੁਣ ਇੰਨੀ ਐਲੀਜੀਬਿਲਿਟੀ ਆ। ਇਹਨੂੰ ਆਪਾਂ ਕਹਿੰਦੇ ਕਿ ਬੈਂਕ ਸਾਨੂੰ ਮੌਰਗੇਜ ਪ੍ਰੀ ਅਪਰੂਵਲ ਦੇ ਰਹੀ ਆ, ਵੀ ਅਸੀਂ ਇੰਨੀ ਅਮਾਊਂਟ ਲਈ ਤੁਹਾਨੂੰ ਪ੍ਰੀ ਅਪਰੂਵ ਕਰ ਰਹੇ ਹਾਂ ਕਿ ਤੁਹਾਨੂੰ ਗਾਰੰਟੀ ਨਹੀਂ ਹੈ ਇੰਨਾ ਲੋਨ ਮਿਲੂਗਾ, ਬਟ ਇੰਨਾ ਮਿਲ ਸਕਦਾ ਆ ਅੱਜ ਦੇ ਸਿਨੈਰੀਓ ਦੇ ਬੇਸ 'ਤੇ। ਫਿਰ ਜਦੋਂ ਤੁਹਾਨੂੰ ਬਜਟ ਪਤਾ ਲੱਗ ਜਾਂਦਾ, ਉਸ ਤੋਂ ਬਾਅਦ ਫਿਰ ਆਪਣੇ ਰੀਅਲਟਰ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਆ ਵੀ ਸਾਨੂੰ ਇੰਨਾ ਬਜਟ ਆ ਤੇ ਅਸੀਂ ਇਹ ਰਿਕੁਆਇਰਮੈਂਟ ਰੱਖਦੇ ਹਾਂ ਘਰ ਦੇ ਬਾਰੇ, ਚਾਹੇ ਉਹ ਏਰੀਆ ਜਦੋਂ ਆਪਾਂ ਡਿਸਕਸ ਕਰਦੇ ਸੀ ਉਹ ਦੇਖਣਾ ਹੋਵੇ, ਜਾਂ ਘਰ ਦੇ ਵਿੱਚ ਕੀ ਚਾਹੀਦਾ, ਕਿੰਨੇ ਬੈਡਰੂਮ ਹੋਣ, ਕੀ ਹੋਵੇ ਨਾ, ਸਭ ਕੁਝ ਦੇਖ ਕੇ ਤੁਸੀਂ ਫਿਰ ਉਸ ਹਿਸਾਬ ਨਾਲ ਘਰ ਦੇਖਣੇ ਸ਼ੁਰੂ ਕਰਦੇ ਆ, ਜਾ ਕੇ ਵਿਜ਼ਿਟ ਕਰਦੇ ਆ। ਤੇ ਕਾਫੀ ਘਰ ਦੇਖ ਕੇ ਆਈਡੀਆ ਥੋੜ੍ਹਾ ਹੁੰਦਾ ਫਸਟ ਟਾਈਮ ਬਾਇਰ ਨੂੰ ਵੀ ਐਕਚੁਅਲੀ ਸਾਨੂੰ ਚਾਹੀਦਾ ਵੀ ਕੀ ਹੈ ਨਾ, ਕਈ ਵਾਰੀ ਤਾਂ ਰਿਕੁਆਇਰਮੈਂਟ ਚੇਂਜ ਹੀ ਹੋ ਜਾਂਦੀ ਦੇ ਦਿੰਦੇ ਹੈ ਨਾ। ਤੇ ਇੱਕ ਵਾਰੀ ਜਦੋਂ ਘਰ ਪਸੰਦ ਆ ਜਾਵੇ ਫਿਰ ਤੁਸੀਂ ਆਪਣੇ ਰੀਅਲਟਰ ਨਾਲ ਡਿਸਕਸ ਕਰਦੇ ਆ ਵੀ ਹਾਂਜੀ ਸਾਨੂੰ ਇਹ ਪਸੰਦ ਆ, ਹੁਣ ਦੱਸੋ ਵੀ ਅਸੀਂ ਆਫਰ ਕਿੰਨੇ ਦਾ ਪਾਈਏ। ਫਿਰ ਆਪਾਂ ਜਿਸ ਤਰ੍ਹਾਂ ਬਿਡਿੰਗ ਦੀ ਗੱਲ ਕਰ ਰਹੇ ਸੀ ਵੀ ਬਿਡਿੰਗ ਹੋਵੇ ਨਾ ਹੋਵੇ, ਉਹਦੇ ਬੇਸ 'ਤੇ ਤੁਸੀਂ ਆਪਣਾ ਡਿਸੀਜਨ ਪਲੱਸ ਵਿਦ ਦੀ ਰੀਅਲਟਰਸ ਗਾਈਡੈਂਸ ਡਿਸਾਈਡ ਕਰਦੇ ਵੀ ਆਪਾਂ ਇੰਨੇ ਦਾ ਆਫਰ ਪਾਉਣਾ ਆ। ਜੇ ਤਾਂ ਗੱਲ ਬਣ ਜਾਂਦੀ ਆ ਫਿਰ ਠੀਕ ਆ, ਨਹੀਂ ਬਣਦੀ ਤੁਸੀਂ ਉਹੀ ਪ੍ਰੋਸੈਸ ਫਿਰ ਕੰਟੀਨਿਊ ਰੱਖਦੇ ਆ ਅੰਟਿਲ ਤੁਹਾਨੂੰ ਘਰ ਮਿਲ ਜਾਂਦਾ। ਤੇ ਜੇ ਤੁਹਾਡੀ ਡੀਲ ਹੋ ਗਈ, ਉਹਨੂੰ ਆਪਾਂ ਕਹਿੰਦੇ ਵੀ ਹੁਣ ਦੋਨੋਂ ਪਾਰਟੀਆਂ ਜਿਹੜੀਆਂ ਸੈਲਰ ਤੇ ਬਾਇਰ ਇੱਕ ਦੂਜੇ ਨਾਲ ਬਾਉਂਡ ਹੋ ਗਈਆਂ, ਹੁਣ ਉਹ ਘਰ ਕਲੋਜ਼ ਕਰਨਾ ਹੀ ਪੈਣਾ। ਜੇ ਆਪਾਂ ਕਲੋਜ਼ਿੰਗ, ਤੁਸੀਂ ਵਰਡ ਬਹੁਤ ਸੁਣਿਆ ਹੋਣਾ, ਕਲੋਜ਼ਿੰਗ ਮਤਲਬ ਇਹ ਹੈ ਕਿ ਘਰ ਦਾ ਪੋਜੈਸ਼ਨ ਮਿਲਣਾ। ਓਕੇ, ਠੀਕ ਆ, ਚਾਬੀਆਂ ਮਤਲਬ ਹੁਣ ਸੈਲਰ ਤੋਂ ਬਾਇਰ ਵੱਲ ਜਾ ਰਹੀਆਂ ਆ। ਤੇ ਇੱਕ ਵਾਰੀ ਡੀਲ ਸਾਈਨ ਹੋ ਜਾਂਦੀ ਆ, ਉਸ ਤੋਂ ਬਾਅਦ ਤੁਹਾਨੂੰ ਲਾਇਰ ਨਾਲ ਕੰਮ ਕਰਨਾ ਪੈਂਦਾ, ਦੋਨੋਂ ਪਾਰਟੀਆਂ ਆਪਣਾ ਆਪਣਾ ਲਾਇਰ ਹਾਇਰ ਕਰਦੀਆਂ ਤੇ ਉਹ ਆਪਣੀ ਸਾਰਾ ਫਿਰ ਕਲੋਜ਼ਿੰਗ ਦਾ ਪ੍ਰੋਸੈਸ ਕਰਦੀਆਂ, ਜਿਹਦੇ 'ਚ ਕਿ ਉਹਨਾਂ ਨੇ ਸਾਰੇ ਡਾਕੂਮੈਂਟ ਚੈੱਕ ਕਰਨੇ, ਘਰ ਦਾ ਟਾਈਟਲ ਚੈੱਕ ਕਰਨਾ ਕਿ ਟਾਈਟਲ 'ਤੇ ਕੋਈ ਇਸ਼ੂ ਨਾ ਹੋਵੇ, ਜਾਂ ਜਿੰਨੀ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੋਣੀ ਆ ਉਹ ਸਾਰੀ ਲਾਇਰਸ ਦੇ ਥਰੂ ਹੁੰਦੀ ਆ। ਓਕੇ, ਤੇ ਜੇ ਆਪਾਂ ਕਹਿੰਦੇ ਕਲੋਜ਼ਿੰਗ ਡੇਟ ਜਾਂ ਪੋਜੈਸ਼ਨ ਡੇਟ, ਉਸ ਦਿਨ ਫਿਰ ਸਾਡਾ ਲਾਇਰ ਜਿਹੜਾ ਬਾਇਰ ਦਾ ਲਾਇਰ ਹੁੰਦਾ, ਉਹ ਸਾਰੀ ਅਮਾਊਂਟ ਜਿੰਨੀ ਬਣਦੀ ਆ ਉਹ ਸੈਲਰ ਦੇ ਲਾਇਰ ਨੂੰ ਟ੍ਰਾਂਸਫਰ ਕਰਦਾ ਤੇ ਉਹ ਫਿਰ ਘਰ ਦੀਆਂ ਚਾਬੀਆਂ ਰਿਲੀਜ਼ ਕਰ ਦਿੰਦੇ ਆ ਤੇ ਟਾਈਟਲ ਜਿਹੜਾ ਸਿਸਟਮ ਦੇ ਵਿੱਚ ਚੇਂਜ ਹੋ ਜਾਂਦਾ ਔਨ ਦੀ ਨਿਊ ਬਾਇਰਸ ਨੇਮ। ਓਕੇ, ਇਹ ਸਾਰਾ ਪ੍ਰੋਸੈਸ ਹੁੰਦਾ ਐਂਡ ਉਸ ਦਿਨ ਫਿਰ ਤੁਹਾਨੂੰ ਪੋਜੈਸ਼ਨ ਮਿਲ ਜਾਂਦਾ। ਓਕੇ, ਥੈਂਕ ਯੂ। ਸੋ ਦੋਸਤੋ, ਮੈਂ ਵੀ ਇੱਕ ਸਲਾਹ ਦੇਣੀ ਚਾਹੁੰਦਾ ਤੁਹਾਨੂੰ ਕਿ ਜਦੋਂ ਆਪਾਂ ਘਰ ਲੈਂਦੇ ਆ ਤਾਂ ਆਪਣੀ ਜੇਬ ਦੇਖ ਕੇ ਘਰ ਲੈਣਾ ਚਾਹੀਦਾ ਸਾਨੂੰ। ਇਹ ਨਹੀਂ ਕਿ ਮੇਰਾ ਰਿਸ਼ਤੇਦਾਰ ਜਾਂ ਮੇਰਾ ਕੋਈ ਦੋਸਤ ਮਿੱਤਰ ਨੇ ਕੱਲ੍ਹ ਉਹਨੇ ਬੜਾ ਮਹਿੰਗਾ ਘਰ ਲੈ ਲਿਆ ਮੈਂ ਵੀ ਲਊਂਗਾ, ਨਹੀਂ। ਜੇ ਤੁਸੀਂ ਇੱਕ ਆਪਦੀ ਐਵਰੇਜ ਦੇ ਅਕੋਰਡਿੰਗ, ਆਪਣੀ ਜੇਬ ਖਰਚਿਆਂ ਦੇ ਅਕੋਰਡਿੰਗ ਘਰ ਲੈਂਦੇ ਹੋ ਤਾਂ ਤੁਸੀਂ 5 ਦਿਨ 4 ਦਿਨ ਕੰਮ ਕਰਕੇ ਉਹਨੂੰ ਚੰਗੇ ਤਰੀਕੇ ਦੇ ਨਾਲ ਉਹਨੂੰ ਪੇ ਆਫ ਕਰ ਸਕਦੇ ਹੋ। ਪਰ ਜੇ ਤੁਸੀਂ ਆਪਾਂ ਅੱਡੀਆਂ, ਜਿਵੇਂ ਕਹਿੰਦੇ ਪੰਜਾਬੀ 'ਚ ਅੱਡੀਆਂ ਚੁੱਕ ਕੇ ਵਾਹਾ ਲਾਓਗੇ, ਮਹਿੰਗਾ ਲਾਓਗੇ, ਫਿਰ ਤੁਹਾਨੂੰ 7 ਦਿਨ ਕੰਮ ਕਰਕੇ ਵੀ ਨਹੀਂ ਤੁਹਾਡਾ ਘਰ ਦੇ ਜਿਹੜਾ ਉਹ ਤੁਸੀਂ ਉਹਦੀ ਪੇਮੈਂਟ ਕਰ ਸਕਦੇ। ਕੀ ਫਾਇਦਾ ਇਹੋ ਜਿਹੇ ਘਰਾਂ ਦਾ, ਮਹਿੰਗਾ ਘਰਾਂ ਦਾ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਟਾਈਮ ਹੀ ਨਾ ਦੇ ਪਾਏ, ਉਸ ਫੈਮਿਲੀ ਦੇ ਨਾਲ ਬਹਿ ਕੇ ਉਸ ਘਰ ਦੇ ਵਿੱਚ ਇੰਜੋਏ ਨਾ ਕਰ ਸਕੇਗੇ, ਆਪਣੇ ਬੱਚਿਆਂ ਨੂੰ ਇੱਕ ਚੰਗਾ ਮਾਹੌਲ ਹੀ ਨਾ ਦੇ ਸਕੇ। ਸੋ ਮੇਰੀ ਬੇਨਤੀ ਹੈ ਕਿ ਘਰ ਲਓ, ਵਧੀਆ ਗੱਲ ਆ, ਲੈਣਾ ਚਾਹੀਦਾ ਸਾਨੂੰ। ਜਦੋਂ ਇੱਥੇ ਅਸੀਂ ਆਏ ਗਏ, ਸਾਡੇ ਸਿਰ ਦੇ ਉੱਪਰ ਛੱਤ ਹੋਣੀ ਚਾਹੀਦੀ ਸਾਡੀ ਆਪਣੀ। ਸੋ ਤੁਹਾਡੀ ਜੇਬ ਦੇ ਅਕੋਰਡਿੰਗ ਸਾਨੂੰ ਜਿਹੜੇ ਖਰਚੇ ਉਹ ਕਰਨੇ ਚਾਹੀਦੇ ਨੇ। ਸੋ ਬਸਰਾ ਸਾਹਿਬ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ। ਤੇ ਮੈਂ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਸਕਰੀਨ ਦੇ ਥੱਲੇ ਨੰਬਰ ਆ ਰਹੇ ਨੇ, ਤੁਸੀਂ ਮਨਦੀਪ ਬਸਰੇ ਜੀ ਦੇ ਨਾਲ, ਇਹਨਾਂ ਦੇ ਆਫਿਸ ਦਾ ਮੈਂ ਐਡਰੈਸ ਵੀ ਦੇ ਰਿਹਾ। ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਇਸ ਤੋਂ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਬਸਰਾ ਸਾਹਿਬ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ। ਥੈਂਕ ਯੂ ਵੈਰੀ ਮਚ, ਥੈਂਕ ਯੂ ਤੁਸੀਂ ਆਏ। ਤੇ ਅਵੇਅਰਨੈਸ ਹੀ ਹੈ, ਕਿਉਂਕਿ ਇਹ ਬਹੁਤ ਵੱਡਾ ਸਟੈਪ ਆ ਇੱਕ ਨਵੀਂ ਕੰਟਰੀ 'ਚ ਆ ਕੇ ਕਰ ਲੈਣਾ, ਤੇ ਮਤਲਬ ਇਨਫੋਰਮਡ ਡਿਸੀਜਨ ਹੋਣਾ ਚਾਹੀਦਾ। ਆਪਾਂ ਕਹਿੰਦੇ ਨਾ ਵੀ ਜਿੰਨੇ ਕੁਐਸਚਨ ਆ ਸਾਰੇ ਪਹਿਲਾਂ ਕਲੀਅਰ ਹੋਏ ਹੋਣ ਦਿਮਾਗ 'ਚ, ਫਿਰ ਆਪਾਂ ਨੈਕਸਟ ਸਟੈਪ ਤੇ ਜਾਈਏ। ਥੈਂਕ ਯੂ ਤੁਹਾਡਾ, ਤੁਸੀਂ ਵੀ ਇਨੀਸ਼ੀਏਟਿਵ ਲੈ ਰਹੇ ਹੋ ਲੋਕਾਂ ਨੂੰ ਸਾਰੀ ਨੌਲੇਜ ਦੇਣ ਲਈ, ਬਹੁਤ ਹੈਲਪਫੁਲ ਹੈ। ਸੋ ਦੋਸਤੋ, ਆਪਾਂ ਅਗਲੇ ਹਫਤੇ ਇੱਕ ਨਵੀਂ ਪਰਸਨੈਲਿਟੀ ਦੇ ਨਾਲ ਮਿਲਾਵਾਂਗੇ ਤੁਹਾਨੂੰ। ਸੋ ਜੁੜੇ ਰਹੋ ਟਾਕ ਵਿਦ ਸਮਾਗ ਦੇ ਨਾਲ। ਥੈਂਕ ਯੂ ਸੋ ਮਚ।